ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਪਟਿਆਲਾ ਸਟੂਡੀਓ ਤੋਂ ਬਲਤੇਜ ਪੰਨ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਮਨਦੀਪ ਸਿੰਘ ਸੈਨੋਜੇ, ਜਸਵਿੰਦਰ ਸਿੰਘ ਪਿਰਕ ਹਿਊਸਟਨ, ਦਰਸ਼ਨ ਸਿੰਘ ਭਲਵਾਨ, ਮਹਾ ਸਿੰਘ ਜੜੀਆ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਸੁਰਿੰਦਰ ਸਿੰਘ ਗਿੱਲ ਸਟਾਕਟਨ, ਗੁਰਦੀਪ ਸਿੰਘ ਬਿਰਦੀ ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਧਰਮ ਸਿੰਘ ਤੇ ਰਘਵੀਰ ਕੌਰ ਜੀ ਸਲਮਾ ਤੋਂ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਗੱਲ ਕਰਦੇ ਹਾਂ ਪੰਜਾਬ ਦੀ। ਪਿੱਛੇ ਜਿਹੇ ਬਹੁਤ ਸਾਰੀਆਂ ਮੌਤਾਂ ਹੋ ਗਈਆਂ ਨਕਲੀ ਸ਼ਰਾਬ ਪੀ ਕੇ, ਪਰ ਇਹ ਰੁਕਣ ਤੇ ਨਹੀਂ ਆ ਰਹੀ ਗੱਲ, ਅਜੇ ਵੀ ਮੌਤਾਂ ਹੋ ਰਹੀਆਂ ਨਕਲੀ ਸ਼ਰਾਬ ਨਾਲ। ਕੋਈ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਪੰਡੋਰੀ ਗੋਲਾ, ਇਹਦੇ ਵਿੱਚ ਰਾਤ ਇੱਕ ਮੌਤ ਹੋਈ ਹੈ ਤੇ ਇਹਦੇ ਨਾਲ 24 ਘੰਟਿਆਂ ਦੇ ਵਿੱਚ 2 ਹੋਰ ਮੌਤਾਂ ਹੋ ਗਈਆਂ। 32 ਸਾਲਾਂ ਦਾ ਇੱਕ ਦਿਲਬਾਗ ਸਿੰਘ ਹੈ ਤੇ 30 ਸਾਲਾਂ ਦਾ ਹੀਰਾ ਸਿੰਘ ਹੈ। ਜਿਹੜਾ ਪ੍ਰਸ਼ਾਸਨ ਹੈ ਉਹ ਇਹ ਗੱਲ ਮੰਨਣ ਦੇ ਵਾਸਤੇ ਅਜੇ ਨਹੀਂ ਤਿਆਰ ਹੈਗਾ ਵੀ ਇਹ ਮੌਤਾਂ ਉਸੇ ਤਰੀਕੇ ਨਾਲ ਹੋਈਆਂ ਜਿਹੜੀ ਜ਼ਹਿਰੀਲੀ ਸ਼ਰਾਬ ਦੇ ਨਾਲ 122 ਮੌਤਾਂ ਪਹਿਲਾਂ ਹੋਈਆਂ ਨੇ। ਪ੍ਰਸ਼ਾਸਨ ਉਦੋਂ ਵੀ ਨਹੀਂ ਸੀ ਮੰਨਦਾ ਜਦੋਂ ਮੁੱਛਲ ਪਿੰਡ ਤੋਂ ਮੌਤਾਂ ਹੋਣੀਆਂ ਸ਼ੁਰੂ ਹੋਈਆਂ ਤੇ ਪ੍ਰਸ਼ਾਸਨ ਨੇ ਉਦੋਂ ਵੀ ਉਹਨਾਂ ਦਾ ਜਿਹੜਾ ਸੀਗਾ ਪੋਸਟਮਾਰਟਮ ਤੋਂ ਬਿਨਾਂ ਦਵਾ ਉਹਨਾਂ ਦਾ ਸੰਸਕਾਰ ਕਰਵਾਉਣ ਦੇ ਵਿੱਚ ਉਹ ਸਫਲ ਵੀ ਹੋ ਗਿਆ ਸੀਗਾ ਵੀ ਸਾਹਮਣੇ ਨਾ ਆਵੇ। ਤਾਂ ਮੌਤਾਂ ਜ਼ਿਆਦੀਆਂ ਹੋ ਗਈਆਂ ਤਾਂ ਕਰਕੇ ਸਾਹਮਣੇ ਆ ਗਿਆ, ਰੌਲਾ ਪੈ ਗਿਆ, ਵਿਰੋਧੀ ਧਿਰਾਂ ਨੇ ਮਾਮਲਾ ਚੱਕ ਲਿਆ। ਕੋਈ 4.5 ਮਹੀਨੇ ਬਾਅਦ ਮੁੱਖ ਮੰਤਰੀ ਹੋਰਾਂ ਨੂੰ ਆਪਣੇ ਪ੍ਰਾਈਵੇਟ ਘਰ ਤੋਂ ਨਿਕਲਣਾ ਪੈ ਗਿਆ। ਹੈਲੀਕਾਪਟਰ ਰਾਹੀਂ ਗੇੜਾ ਮਾਰ ਕੇ ਚਲੇ ਗਏ। ਨਾਲ ਦੀ ਨਾਲ ਇਹ ਵੀ ਕਹਿਤਾ ਕਿ ਹਾਦਸੇ ਨਹੀਂ, ਇਹ ਕਤਲ ਨੇ। ਇਸ ਮਾਮਲੇ ਦੇ ਵਿੱਚ ਕਿੰਨੇ ਕੁ ਨਾਮਵਰ ਲੋਕ ਜਿਹੜੇ ਫੜੇ ਗਏ, ਕੌਣ ਬਣਾਉਂਦੇ ਆ, ਕਿਸੇ ਨੇ ਕੁਛ ਸੁਣਿਆ ਹੋਵੇ ਤੇ ਸ਼ਾਇਦ ਹੋ ਸਕਦਾ ਅਸੀਂ ਨਹੀਂ ਇੱਥੇ ਰਹਿੰਦੇ ਆ ਜਿਹੜਾ ਕੋਈ ਨਾਮਵਰ ਬੰਦਾ ਫੜਿਆ ਗਿਆ। ਐਵੇਂ ਉਹ ਨਿੱਕੇ ਨਿੱਕੇ ਜਿਹੜੇ ਦੀ ਉਹ ਫੜ ਕੇ ਉਹਨਾਂ ਨੂੰ ਅੰਦਰ ਜਿਹੜਾ ਦੀ ਉਹ ਜ਼ਰੂਰ ਦੇਤਾ। ਹੁਣ ਜੇ ਕਤਲ ਸੀ ਤੇ 302 ਦੇ ਮਾਮਲੇ ਕਿੰਨੇ ਦਰਜ ਹੋਏ ਆ ਇਹ ਨਹੀਂ ਪਤਾ। ਜਿਹੜੇ ਵਿਧਾਇਕ ਦੇ ਉੱਤੇ ਸਿੱਧੀ ਉਂਗਲ ਉੱਠਦੀ ਆ, ਜਿਹਦੇ ਪੀਏ ਦੇ ਉੱਤੇ ਸਿੱਧੀ ਉਂਗਲ ਉੱਠਦੀ ਆ, ਉਹ ਪਿਛਲੇ ਦਿਨੀ ਚੈੱਕ ਵੰਡ ਰਿਹਾ ਸੀਗਾ ਖਡੂਰ ਸਾਹਿਬ ਦੇ ਵਿੱਚ ਪੇਜ ਤੋਂ। ਉੱਥੇ ਜਿਹੜੀ ਇੱਕ ਔਰਤ ਜਿਹਨੇ ਐਕਚੁਅਲੀ ਇਹ ਮਸਲਾ ਚੁੱਕਿਆ, ਦੀਪ ਕੌਰ, ਉਹਨੂੰ ਸਮਾਗਮ ਤੋਂ ਹੀ ਕੱਢਤਾ ਕਿਉਂਕਿ ਉਹ ਕਿੰਤੂ ਪਰੰਤੂ ਜਿਹੜਾ ਉਹ ਕਰਦੀ। ਇਹ ਜਿਹੜਾ ਜਦੋਂ ਉਹਨਾਂ ਨੂੰ ਹੱਥ ਨਹੀਂ ਪਾਇਆ, ਕਿਉਂਕਿ ਕੁਛ ਲੋਕ ਇਹ ਸੋਚਦੇ ਆ ਕਿ ਜੋ ਪੁਲਿਸ ਕਰ ਰਹੀ ਆ ਉਹਨੇ ਕੀਤਾ ਜਾ ਕੇ ਮੰਡ ਦੇ ਖੇਤਰ ਵਿੱਚ ਜਿਹੜੀਆਂ ਭੱਠੀਆਂ ਲੱਗੀਆਂ ਸ਼ਰਾਬ ਦੇਸੀ ਬਣਾਉਣ ਦੀਆਂ, ਗੁੜ ਪਾ ਕੇ ਜਿਹੜੀ ਸ਼ਰਾਬ ਬਣਦੀ ਆ, ਉਹਨਾਂ ਨੂੰ ਫੜ ਲਿਆ। ਉਸ ਸ਼ਰਾਬ ਦੇ ਨਾਲ ਤਾਂ ਇਹ ਮੌਤਾਂ ਹੋਈਆਂ ਨਹੀਂ। ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਇੱਥੇ ਕੀ ਕਹਿੰਦੇ ਜੀ ਕਿ ਆਹ ਦੇਖੋ ਅਸੀਂ ਇੰਨੇ ਲੀਟਰ ਲਾਹਣ ਫੜ ਲਈ, ਇੱਥੋਂ ਅਸੀਂ ਇੰਨੀਆਂ ਤਰਪੈਲਾਂ ਫੜ ਲਈਆਂ ਤੇ ਲੋਹੇ ਦੇ ਡਰਮ ਜਿਹੜੇ ਉਹ ਫੜ ਲਏ। ਉਹ ਕਾਗਜ਼ਾਂ ਦਾ ਢਿੱਡ ਜਿਹੜਾ ਉਹ ਪੰਜਾਬ ਪੁਲਿਸ ਨੇ ਭਰਤਾ। ਉਦੋਂ ਬਾਅਦ ਕਿਤੋਂ ਕੋਈ ਸਪਿਰਟ ਫੜੀ ਗਈ, ਕੋਈ ਕਿਸੇ ਜਗ੍ਹਾ ਤੋਂ ਕੈਮੀਕਲ ਫੜੇ ਗਏ, ਨਹੀਂ ਫੜੇ ਗਏ। ਉਹਦਾ ਰੀਜ਼ਨ ਆ ਵੱਡਾ। ਰੀਜ਼ਨ ਇਹ ਆ ਕਿ ਇਹ ਬਣਦੀ ਡਿਸਟਿਲਰੀਆਂ ਦੇ ਵਿੱਚ ਜਿਹੜੀਆਂ ਆਫੀਸ਼ੀਅਲੀ ਡਿਸਟਿਲਰੀਆਂ ਨੇ ਉਹ ਕਿਹਦੀਆਂ ਨੇ? ਉਹ ਰਾਜਨੀਤੀ ਡਿਸਟਿਲਰੀ ਦੇ ਵਿੱਚ ਹੁਣ ਕੌਣ ਜਿਹੜਾ ਵੀ ਉਹ ਜਾਊਗਾ? ਉੱਥੇ ਕੋਈ ਜਾਂਦਾ ਨਹੀਂ ਤੇ ਫੜੇ ਨਹੀਂ ਜਾਂਦੇ। ਜਿਹੜਾ ਵੀ ਪਤਾ ਸਭ ਨੂੰ ਆ ਕਿ ਇਹ ਕਿੱਥੋਂ ਬਣਦੀ ਹੈ ਸ਼ਰਾਬ ਜਿਹੜੀ, ਕਿਉਂਕਿ ਡਿਸਟਿਲ ਨਹੀਂ ਕੀਤੀ ਜਾਂਦੀ। ਤੇਜ਼ੀ ਦੇ ਨਾਲ ਬਣਾਉਣ ਦੇ ਚੱਕਰ ਦੇ ਵਿੱਚ ਇਹ ਕੈਮੀਕਲ ਪਾ ਕੇ ਉੱਥੋਂ ਤਿਆਰ ਜਿਹੜੀ ਕੀਤੀ ਜਾਂਦੀ ਆ। ਇਹ ਵੀ ਕਿਹਾ ਜਾਂਦਾ ਕਿ ਡਿਸਟਿਲਰੀਆਂ ਦੇ ਵਿੱਚ ਸ਼ਰਾਬ ਚਲਾਉਣ ਲਈ ਯੂਰੀਆ ਪਾਈ ਜਾਂਦੇ ਆ, ਉਹਦੇ ਵਿੱਚ ਤੇਜ਼ਾਬ ਪਾਈ ਜਾਂਦੇ। ਸੋ ਇਹ ਜਿਹੜਾ ਜੀ ਬੰਦੇ ਮਾਰਨ ਦਾ ਇੰਤਜ਼ਾਮ ਤਾਂ ਲੀਗਲੀ ਤੌਰ ਦੇ ਉੱਤੇ ਕੀਤਾ ਆ। ਹੁਣ ਸਰਕਾਰ ਨੇ ਇਹ ਜ਼ਰੂਰ ਕਰਤਾ ਕਿ ਇਹ ਜਿਹੜਾ ਨਕਲੀ ਸ਼ਰਾਬ ਬਣਦੀ ਆ ਉਹਨੂੰ ਠੱਲਣ ਲਈ ਟਰਾਂਸਪੋਰਟਰਾਂ ਤੇ ਇਹ ਬਣਾਉਣ ਵਾਲਿਆਂ ਦੇ ਦਰਮਿਆਨ ਗੱਠਜੋੜ ਤੋੜਨ ਦੇ ਵਾਸਤੇ ਕਹਿੰਦੇ ਜੀ ਬੜੇ ਸਖਤ ਕਦਮ ਚੁੱਕ ਲਿਆ। ਇਹਦੇ ਚ ਈਥਾਨੋਲ ਫਿਰ ਤੇ ਬਾਕੀ ਜਿਹੜੇ ਉਤਪਾਦ ਨੇ ਜਿਹੜੇ ਨਕਲੀ ਸ਼ਰਾਬ ਬਣਾਉਣ ਲਈ ਵਰਤੇ ਜਾਂਦੇ ਆ, ਉਹਨਾਂ ਦੇ ਵਹੀਕਲ ਦੀ ਆਵਾਜਾਈ ਦੇ ਦੌਰਾਨ ਜਿਹੜੇ ਚੋਰੀ ਹੁੰਦੀ ਉਹਦੇ ਵਿੱਚ GPS ਪ੍ਰਣਾਲੀ ਦੇ ਨਾਲ ਇਹਨਾਂ ਨੂੰ ਜਿਹੜਾ ਉਹ ਜੋੜਿਆ ਜਾਣਾ ਜ਼ਰੂਰੀ ਹੈ। ਮੁੱਖ ਮੰਤਰੀ ਦੇ ਹੁਕਮਾਂ ਦੇ ਉੱਤੇ ਜਿਹੜਾ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਆ ਕਿ 5 ਸਤੰਬਰ ਤੋਂ ਕੋਈ ਵੀ ਵਹੀਕਲ ਜਿਹੜਾ GPS ਤੇ ਛੇੜਛਾੜ ਰਹਿਤ ਸੀਲਬੰਦੀ ਤੋਂ ਬਿਨਾਂ ਢੋਆ ਢੁਆਈ ਨਹੀਂ ਜਿਹੜਾ ਉਹ ਕਰ ਸਕੂਗਾ। ਇਹਦੇ ਸਮਾਨ ਲਿਜਾਣ ਵਾਲੇ ਵਹੀਕਲ ਦੇ GPS ਕੋਆਰਡੀਨੇਟ ਯੂਨਿਟ ਦੇ ਵੱਲੋਂ ਸਮਾਨ ਪੁੱਜਦਾ ਕਰਨ ਲਈ ਘੱਟੋ ਘੱਟ 15 ਦਿਨ ਦੇ ਸਮੇਂ ਲਈ ਸੰਭਾਲ ਕੇ ਰੱਖਣਾ ਲਾਜ਼ਮੀ ਹੋਊਗਾ ਡਾਟਾ ਜਿਹੜਾ ਇਹਦਾ। ਇਹ ਕਹਿੰਦੇ ਕਿ ਇਹਦੇ ਨਾਲ ਡਿਸਟਿਲਰੀਆਂ ਦੇ ਵੱਲੋਂ ਉਤਪਾਦਨ ਦੀ ਜਾਂਦੀ ਐਕਸਟਰਾ ਨਿਊਟਰਲ ਐਲਕੋਹਲ, ਈਥਾਨੋਲ, ਸਪੈਸ਼ਲੀ ਡੀਨੇਚਰ ਸਪਿਰਿਟ ਜਿਹੜੀ ਆ ਤੇ ਡੀਨੇਚਰ ਸਪਿਰਿਟ ਦੀ ਇਹਦੇ 'ਚ ਰੈਕਟੀਫਾਈਡ ਸਪਿਰਿਟ
ਇਹਦੀ ਢੋਆ ਢਾਈ ਜਿਹੜੀ ਉਹਦੇ ਉੱਤੇ ਕਰੜੀ ਨਿਗਾਹ ਰੱਖਣੀ। ਇਹਦੇ ਵਿੱਚੋਂ ਇੱਕ ਪੁਆਇੰਟ ਤੁਸੀਂ ਸਮਝਣਾ ਵੀ ਜਿਹੜੀ ਇਹ ਕੱਲ ਹੁਕਮ ਨੇ ਸਰਕਾਰ ਨੂੰ ਪਤਾ ਕਿ ਇਹ ਜਿਹੜੇ ਪਦਾਰਥ ਨੇ ਜਿਹੜੇ ਕੈਮੀਕਲ ਨੇ ਉਹ ਕਿੱਥੇ ਜਾਂਦੇ ਨੇ। ਜੇ ਸਰਕਾਰ ਨੂੰ ਇਹ ਪਤਾ ਕਿ ਇਹ ਕੈਮੀਕਲ ਜਿਹੜੇ ਉਹ ਕਿੱਥੇ ਜਾਂਦੇ ਆ ਤੇ ਫਿਰ ਸਵਾਲ ਇਹਦੇ ਵਿੱਚ ਵੱਡਾ ਇਹ ਖੜਾ ਹੋ ਰਿਹਾ ਕਿ ਤੁਸੀਂ ਉੱਥੇ ਭੱਠੀਆਂ ਦੇ ਉੱਤੇ ਛਾਪੇਮਾਰੀ ਕਿਉਂ ਕਰ ਰਹੇ ਹੋ, ਔਰ ਉੱਥੋਂ ਤੁਹਾਨੂੰ ਜਿਹੜਾ ਜੀ ਉਹ ਕੀ ਮਿਲ ਰਿਹਾ। ਅਸਲ ਦੇ ਵਿੱਚ ਤਾਂ ਮੁਸ਼ਕਲ ਜਿਹੜੀ ਉੱਥੇ ਪਈ ਆ। ਹੁਣ ਇਹ ਜਿਹੜਾ GPS ਸਿਸਟਮ ਜਿਹੜਾ ਜੀ ਉਹ ਲਾ ਦਿੱਤਾ, GPS ਸਿਸਟਮ ਦੇ ਨਾਲ ਖੇਡਣਾ ਇਹ ਲੋਕ ਬੜੀ ਚੰਗੀ ਤਰ੍ਹਾਂ ਜਿਹੜਾ ਜੀ ਉਹ ਜਾਣਦੇ ਆ। ਇਹਦੇ ਨਾਲ ਕੋਈ ਜਿਹੜਾ ਜੀ ਉਹ ਫਰਕ ਨਹੀਂ ਪੈਣਾ। ਕੈਂਸਰ ਜਿਹੜਾ ਆ ਉਹ ਆਇਓਡੈਕਸ ਦੇ ਨਾਲ ਠੀਕ ਨਹੀਂ ਹੁੰਦਾ। ਜਦੋਂ ਏਡਾ ਵੱਡਾ ਮਾਫੀਆ ਬਣ ਗਿਆ, ਇੰਨੀ ਜਿਹੜੀ ਜੀ ਉਹਦਾ ਦਾਇਰਾ ਏਡਾ ਵੱਡਾ ਹੋ ਗਿਆ ਕਿ ਇਹ ਕਰੋੜਾਂ ਰੁਪਈਏ ਦੀ ਹੇਰਾਫੇਰੀ ਜਿਹੜੀ ਹੋ ਗਈ ਸੀ, ਇਸ ਤਰੀਕੇ ਦੇ ਨਾਲ ਇਹਨੂੰ ਕਿਵੇਂ ਕੰਟਰੋਲ ਕਰਦੇ। ਹੈਰਾਨਗੀ ਵਾਲੀ ਜਿਹੜੀ ਜੀ ਉਹ ਗੱਲ ਹੈ ਕਿ ਇਹ ਕੈਂਸਰ ਦਾ ਫੋੜਾ ਤੇ ਆਮ ਫੋੜਾ ਜਿਹੜਾ ਜੀ ਉਹਦੇ 'ਚ ਫਰਕ ਹੁੰਦਾ। ਇਹ ਐਡਾ ਵੱਡਾ ਮਾਫੀਆ ਖੜਾ ਹੋ ਗਿਆ ਚਿੱਟੇ ਤੋਂ ਬਾਅਦ, ਜਿਹੜਾ ਇਹ ਨਕਲੀ ਸ਼ਰਾਬ ਵਾਲਾ ਹੈ, ਇਹ ਡਿਸਟਿਲਰੀਆਂ ਵਾਲਾ, ਉਹਨਾਂ ਨੂੰ ਹੱਥ ਪਾਉਣ ਦੀ ਬਜਾਏ ਇਹ ਕਾਗਜ਼ੀ ਕਾਰਵਾਈਆਂ ਦੇ ਢਿੱਡ ਜਿਹੜੇ ਜੀ ਉਹ ਭਰੀ ਜਾਂਦੇ। ਇਸੇ ਕਰਕੇ ਮੌਤਾਂ ਉਸੇ ਤਰੀਕੇ ਦੇ ਨਾਲ ਜਾਰੀ ਨੇ। ਜਿੱਦਣ ਇਹ ਮੌਤਾਂ ਹੋਈਆਂ ਸੀ, ਮੈਂ ਉਸ ਦਿਨ ਵੀ ਇਹ ਗੱਲ ਕੀਤੀ ਵੀ ਜਿਹੜੀ ਤੁਸੀਂ 5-5 ਲੱਖ ਰੁਪਈਆ ਜਿਹੜੀ ਦੇਣ ਦੀ ਗੱਲ ਕਰ ਰਹੇ ਹੋ, ਕਿਉਂ ਦੇਣਾ 5 ਲੱਖ, ਕਿਉਂ ਦਿੱਤਾ ਜਾਵੇ ਜਿਹੜਾ ਜੀ ਉਹ 5 ਲੱਖ। ਇਹ ਉਦੋਂ ਵੀ ਜਿਹੜਾ ਜੀ ਸਵਾਲ ਦਬ ਗਿਆ ਸੀਗਾ, ਜਾਂ ਜਿਹੜੇ ਸਮਾਰਟਫੋਨ ਸੀ ਉਹ ਵੰਡ ਕੇ ਉਹਦੇ ਵਿੱਚ ਇਹ ਸਵਾਲ ਜਿਹੜੇ ਸੀ ਗੰਭੀਰ ਉਹ ਦਬ ਗਏ, ਪਰ ਮੌਤਾਂ ਨਹੀਂ ਰੁਕੀਆਂ, ਉਸੇ ਤਰੀਕੇ ਦੇ ਨਾਲ ਜਾਰੀ ਜੀ। ਅੱਗੇ ਗੱਲ ਕਰਦੇ ਹਾਂ, ਭਾਰਤ ਭੂਸ਼ਣ ਨੇ ਸਜ਼ਾ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਲਾਈ। ਦੇਖੋ, ਅੱਜ ਦਾ ਜਿਹੜਾ ਦਿਨ ਹੈ ਉਹ ਬੜਾ ਅਹਿਮ ਹੋਊਗਾ ਸੁਪਰੀਮ ਕੋਰਟ ਵਾਲੇ ਮਾਮਲੇ ਦੇ ਵਿੱਚ, ਕਿਉਂਕਿ ਸੁਪਰੀਮ ਕੋਰਟ ਨੇ ਸੁਓ ਮੋਟੋ ਲਿਆ। ਜਿਹੜੇ ਟਵੀਟ ਸੀਗੇ 2 ਭਾਰਤ ਭੂਸ਼ਣ ਹੋਰਾਂ ਦੇ, ਉਹਨਾਂ ਦੀ ਵਜ੍ਹਾ ਕਰਕੇ ਉਹਨਾਂ ਨੂੰ ਸੁਓ ਮੋਟੋ ਲੈ ਕੇ ਅਦਾਲਤ ਦੀ ਮਾਣਹਾਨੀ ਕਰਨ ਦੇ ਵਾਸਤੇ ਦੋਸ਼ੀ ਠਹਿਰਾਇਆ, ਔਰ ਇਹਦੇ ਉੱਤੇ ਸਜ਼ਾ ਦੇ ਉੱਤੇ ਬਹਿਸ ਅੱਜ ਸੁਪਰੀਮ ਕੋਰਟ ਦੇ ਵਿੱਚ 20 ਅੱਜ ਜਿਹੜੀ ਆ ਉਹ ਹੋਣੀ ਆ। ਉਧਰ ਕੱਲ ਸ਼ਾਮ ਜਿਹੜਾ ਸੀ ਪ੍ਰਸ਼ਾਂਤ ਭੂਸ਼ਣ ਹੋਰਾਂ ਨੇ ਇੱਕ ਅਰਜ਼ੀ ਜਿਹੜੀ ਆ ਜੀ ਉਹ ਦਾਖਲ ਕੀਤੀ ਹੈ, ਔਰ ਸੁਪਰੀਮ ਕੋਰਟ ਤੋਂ ਮੰਗ ਕੀਤੀ ਆ ਕਿ ਰਿਵਿਊ ਪਟੀਸ਼ਨ ਦਾਖਲ ਹੋਣ ਤੱਕ ਉਹਦੇ ਖਿਲਾਫ ਸਜ਼ਾ ਸੁਣਾਏ ਜਾਣ ਦੀ ਕਾਰਵਾਈ ਦੇ ਉੱਤੇ ਰੋਕ ਲਾਈ ਜਾਵੇ। ਸੁਪਰੀਮ ਕੋਰਟ ਦੇ ਸਾਬਕਾ ਜੱਜ ਨੇ ਜਸਟਿਸ ਕੋਰੀਅਨ ਜੋਸਫ, ਉਹਨਾਂ ਨੇ ਪ੍ਰਸ਼ਾਂਤ ਭੂਸ਼ਣ ਦੀ ਹਮਾਇਤ ਕੀਤੀ ਹੈ। ਉਹ ਪਹਿਲੇ ਜੱਜ ਨੇਗੇ ਵੈਸੇ ਜਿਨ੍ਹਾਂ ਨੇ ਹਮਾਇਤ ਕੀਤੀ। ਵੱਡੀ ਗਿਣਤੀ ਦੇ ਵਿੱਚ ਸਾਬਕਾ ਜੱਜ ਜਿਹੜੇ ਨੇ ਉਹ ਪ੍ਰਸ਼ਾਂਤ ਭੂਸ਼ਣ ਦੀ ਪਿੱਠ ਤੇ ਆ ਕੇ ਖੜੇ। ਕੋਰੀਅਨ ਜੋਸਫ ਜਿਹੜੇ ਦੀ ਉਹ ਇਹ ਕਹਿੰਦੇ ਆ ਕਿ ਉਹਨਾਂ ਦੇ ਖਿਲਾਫ ਮਾਣਹਾਨੀ ਕੇਸ ਨੇ ਕਈ ਗੰਭੀਰ ਸਵਾਲ ਖੜੇ ਕਰਤੇ ਆ, ਜਿਹਦੀ ਸੁਣਵਾਈ ਸੰਵਿਧਾਨਕ ਬੈਂਚ ਦੇ ਵੱਲੋਂ ਕੀਤੀ ਜਾਣੀ ਚਾਹੀਦੀ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਇਸ ਮਸਲੇ ਦੇ ਹੱਲ ਲਈ 5 ਮੈਂਬਰੀ ਸੰਵਿਧਾਨਕ ਬੈਂਚ ਗਠਿਤ ਜਿਹੜਾ ਉਹ ਕੀਤਾ ਜਾਵੇ। 14 ਅਗਸਤ ਨੂੰ ਸੁਪਰੀਮ ਕੋਰਟ ਨੇ ਪ੍ਰਸ਼ਾਂਤ ਭੂਸ਼ਣ ਨੂੰ ਅਪਰਾਧਿਕ ਮਾਣਹਾਨੀ ਦਾ ਦੋਸ਼ੀ ਜਿਹੜਾ ਕਰਾਰ ਦਿੰਦਿਆਂ 20 ਅਗਸਤ ਨੂੰ ਸਜ਼ਾ ਸੁਣਾਏ ਜਾਣ ਦਾ ਐਲਾਨ ਕੀਤਾ ਸੀਗਾ। ਇਹਦੇ ਵਿੱਚ ਨਾ ਜੀ 6 ਮਹੀਨੇ ਦੀ ਸਜ਼ਾ ਤੇ 2000 ਰੁਪਇਆ ਜੁਰਮਾਨਾ ਹੋ ਸਕਦਾ, ਜਾਂ ਅਦਾਲਤ ਦੋਵੇਂ ਜੁਰਮਾਨੇ ਕਰ ਸਕਦੀ ਹੈ। ਜੁਰਮਾਨਾ ਸਜ਼ਾ ਇਹਦੇ ਵਿੱਚ ਇਹ ਮਾਇਨੇ ਨਹੀਂ ਰੱਖਦੇ ਕਿੰਨੀ ਹੁੰਦੀ ਹੈ। ਮੰਨ ਲਓ ਅਦਾਲਤ 1 ਦਿਨ ਦੀ ਸਜ਼ਾ ਦੇਂਦੀ ਹੈ, 2 ਦਿਨ ਦੀ ਸਜ਼ਾ ਦੇਂਦੀ, ਸਜ਼ਾ ਉਹ ਸਜ਼ਾ ਦੇ ਆਫਤਾ ਜਿਹੜਾ ਜੀ ਹੋ ਜਾਣਗੇ। ਔਰ ਜਿਹੜੀ ਸਵਾਲ ਜਿਹੜੇ ਵੱਡੇ ਜਿਹੜੇ ਖੜੇ ਹੋ ਰਹੇ ਆ ਇਸ ਵੇਲੇ, ਉਹ ਇਹ ਆ ਕਿ ਇਹਦੇ ਨਾਲ ਸੁਪਰੀਮ ਅਦਾਲਤ ਜਿਹੜੀ ਉੱਚ ਅਦਾਲਤ ਹੈ ਉਹਦੇ ਉੱਤੇ ਸਵਾਲ ਉੱਠਣੇ ਵੱਡੇ ਖੜੇ ਹੋ ਜਾਣਗੇ। ਇਹਦੇ ਨਾਲ ਭਰੋਸੇਯੋਗਤਾ ਦੇ ਉੱਤੇ ਸਵਾਲ ਖੜੇ ਹੋਣਗੇ। ਜੇ ਅੱਜ ਕੁਝ ਸਾਬਕਾ ਜੱਜ ਵੱਡੀ ਗਿਣਤੀ ਦੇ ਵਿੱਚ ਮੁਲਕ ਦੇ ਵਕੀਲ ਪ੍ਰਸ਼ਾਂਤ ਭੂਸ਼ਣ ਦੇ ਹੱਕ ਦੇ ਵਿੱਚ ਖੜੇ ਹੋ ਗਏ ਆ, ਜਾਂ ਉਹ ਇਹਦੀ ਵਿਰੋਧਤਾ ਕਰ ਰਹੇ ਆ, ਇਹ ਵਿਰੋਧਤਾ ਨੂੰ ਅੱਜ ਮਹਿਜ਼ ਪ੍ਰਸ਼ਾਂਤ ਭੂਸ਼ਣ ਹੋਰਾਂ ਦੀ ਵਿਰੋਧਤਾ ਦੇ ਵਜੋਂ ਨਹੀਂ ਲਿਆ ਜਾਣਾ ਚਾਹੀਦਾ, ਬਲਕਿ ਭਵਿੱਖ ਦੇ ਵਿੱਚ ਆਉਣ ਵਾਲੇ ਜਿਹੜੇ ਫੈਸਲੇ ਨੇ ਉਹਨਾਂ ਦੀ ਭਰੋਸੇਯੋਗਤਾ ਦੇ ਉੱਤੇ ਸਵਾਲ ਉੱਠਣ ਵਾਲੀ ਜਿਹੜੀ ਜੀ ਉਹ ਗੱਲ ਹੈ। ਗੱਲ ਸਪਏ ਦੀ ਨਹੀਂ, ਗੱਲ ਪਏ ਦੀ ਹੈ, ਕਿਉਂਕਿ ਇਹਦੇ ਵਿੱਚ ਇਹ ਤਾਂ ਗੱਲ ਆ ਰਹੀ ਹੈ ਨਾ ਜੀ ਸਾਹਮਣੇ ਕਿ ਜੇ ਸੁਓ ਮੋਟੋ ਇਹਦਾ ਲਿਆ ਜਾ ਸਕਦਾ ਸੀ, ਸੁਓ ਮੋਟੋ ਇਸ ਚੀਜ਼ ਦਾ ਕਿਉਂ ਨਹੀਂ ਲਿਆ ਗਿਆ ਕਿ ਕਿੰਨੇ ਹਜ਼ਾਰਾਂ ਲੋਕ ਜਿਹੜੇ ਸੀ ਉਹ ਇੱਕ ਤੋਂ ਦੂਜੇ ਸੂਬੇ ਤੱਕ ਤੁਰ ਕੇ ਵਿਚਾਰੇ ਜਾਂਦੇ ਰਹੇ, ਰਾਹ 'ਚ ਨਾ ਕੁਝ ਖਾਣ ਨੂੰ, ਨਾ ਪਾਣੀ ਪੀਣ ਨੂੰ, ਲੋਕਾਂ ਤੱਕ ਕਰਫਿਊ ਤੇ ਲੋਕਡਾਊਨ ਦੇ ਦੌਰਾਨ ਰੋਟੀ ਤੱਕ ਨਹੀਂ ਪਹੁੰਚੀ। ਸੁਪਰੀਮ ਕੋਰਟ ਨੇ ਉਹਨਾਂ ਮਾਮਲਿਆਂ ਦੇ ਉੱਤੇ ਸੁਓ ਮੋਟੋ ਜਿਹੜਾ ਉਹ ਨਹੀਂ ਲਿਆ। ਉਹਨੇ ਕੇਂਦਰ ਦੀ ਸਰਕਾਰ ਨੂੰ ਕਿਤੇ ਨਹੀਂ ਕਿਹਾ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਫੈਸਲਾ ਆਇਆ ਜਿਹੜਾ ਰਾਹਤ ਫੰਡ ਵਾਲਾ, ਉਸ ਮਾਮਲੇ ਦੇ ਉੱਤੇ ਫੈਸਲਾ ਤੁਸੀਂ ਦੇਖ ਲਓ। ਇਸ ਕਰਕੇ ਇਹ ਜਿਹੜੇ ਫੈਸਲੇ ਨੇ ਇਹ ਅੱਜ ਇਹਨਾਂ ਦੇ ਉੱਤੇ ਕਿਸੇ ਨੂੰ ਇਹ ਲੱਗਦਾ ਹੋਵੇ ਕਿ ਕੁਝ ਕਿੰਤੂ ਪਰੰਤੂ ਹੋ ਰਹੇ ਆ, ਭਵਿੱਖ ਦੇ ਵਿੱਚ ਬਹੁਤੇ ਫੈਸਲਿਆਂ ਦੇ ਉੱਤੇ ਕਿੰਤੂ ਪਰੰਤੂ ਜਿਹੜੇ ਹੋ ਸਕਦੇ ਆ, ਜਿਹੜੇ ਕਿ ਸੁਪਰੀਮ ਕੋਰਟ ਦੇ ਵੱਲੋਂ ਕੀਤੇ ਜਾਂਦੇ ਫੈਸਲਿਆਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਜੀ ਉਹਦੇ ਲਈ ਚੰਗੇ ਨਹੀਂ ਹੋ। ਇੱਕ ਤੰਦਰੁਸਤ ਜਿਹੜਾ ਜੀ ਸੁਸਾਇਟੀ ਆ ਉਸ ਪਾਸੇ ਵੱਲ ਨੂੰ ਇਹ ਨਹੀਂ ਜਾ ਰਹੇ
ਜੇ ਪ੍ਰਸ਼ਾਂਤ ਭੂਸ਼ਣ ਹੋਰਾਂ ਨੇ ਕੁਝ ਸਵਾਲ ਉਠਾਏ ਸੀਗੇ ਤੇ ਵੱਡਾ ਸਵਾਲ ਤਾਂ ਇਹ ਹੈ ਨਾ ਕਿ ਸਵਾਲ ਤਾਂ 5 ਸੁਪਰੀਮ ਕੋਰਟ ਦੇ ਜੱਜਾਂ ਨੇ ਵੀ ਉਠਾਏ ਸੀ ਪਹਿਲੀ ਵਾਰੀ ਪ੍ਰੈਸ ਦੇ ਵਿੱਚ ਸਾਹਮਣੇ ਆ ਕੇ। ਕੀ ਉਹਨਾਂ ਦਾ ਸੂਓ ਮੋਟੋ ਲੈ ਕੇ ਉਹਨਾਂ ਦੇ ਉੱਤੇ ਕੋਈ ਕਾਰਵਾਈ ਕੀਤੀ ਗਈ? ਨਹੀਂ ਕੀਤੀ। ਐਕਚੁਅਲੀ ਕੀ ਆ ਕਿ ਜਿਹੜੇ ਜਦੋਂ ਦੇਸ਼ ਤੁਸੀਂ ਬਹੁਤ ਉੱਚ ਅਹੁਦੇ ਤੋਂ ਰਿਟਾਇਰ ਹੁੰਦੇ ਹੋ ਤੇ ਕੁਝ ਮਹੀਨਿਆਂ ਦੇ ਬਾਅਦ ਤੁਹਾਨੂੰ ਰਾਜ ਸਭਾ ਦਾ ਮੈਂਬਰ ਜਿਹੜਾ ਜੀ ਉਹ ਬਣਾ ਦਿੱਤਾ ਜਾਂਦਾ, ਸਵਾਲ ਤਾਂ ਉੱਠਣੇ ਲਾਜ਼ਮੀ ਆ ਉਹਨਾਂ ਜੀ। ਬਿਲਕੁਲ, ਇਹ ਸਿਰਫ ਇੱਕ ਸੂਮੋ ਮੋਟੋ ਨਹੀਂ ਹੈਗਾ, ਇਹ ਮੂੰਹ ਬੰਦ ਕਰਨ ਦੀਆਂ ਗੱਲਾਂ ਆ। ਅੱਗੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਗੱਲ ਕਰੀਏ ਕਿ ਜਿਹੜੇ ਕੈਦੀ ਆ ਜੇਲ੍ਹ ਦੇ ਵਿੱਚ, ਉਹਨਾਂ ਨੇ ਅਧਿਕਾਰੀਆਂ ਤੇ ਹਮਲਾ ਕੀਤਾ। ਦੇਖੋ, ਜੇਲ੍ਹਾਂ ਦਾ ਜਿਹੜਾ ਮਾਮਲਾ ਹੈ ਇਹ ਸਮੇਂ-ਸਮੇਂ ਦੇ ਉੱਤੇ ਚਰਚਾ ਦਾ ਵਿਸ਼ਾ ਬਣਦਾ ਰਿਹਾ। ਚਾਹੇ ਨਾਭਾ ਦੀ ਮੈਕਸੀਮਮ ਸਿਕਿਉਰਿਟੀ ਜੇਲ੍ਹ ਦੇ ਵਿੱਚੋਂ ਜਿਹੜੇ ਗੈਂਗਸਟਰ ਭੱਜ ਗਏ ਲਈ ਸਰਕਾਰ ਦੇ ਸਮੇਂ ਉਹਦੀ ਸੀ ਫੁਟੇਜ ਗਾਇਬ ਕਰ ਦਿੱਤੀ। ਇੱਕ ਜਿਹੜੇ ਪੱਤਰਕਾਰ ਹੁਣ ਤਾਂ ਅੱਜ ਕੱਲ੍ਹ ਪੋਲੀਟੀਸ਼ੀਅਨ ਬਣ ਗਏ, ਉਹਨਾਂ ਦੇ ਉੱਤੇ ਪਟਿਆਲੇ ਦੀ ਜੇਲ੍ਹ ਦੇ ਵਿੱਚ ਜਦੋਂ ਹਮਲਾ ਹੋਇਆ ਸੀਗਾ ਉਦੋਂ ਵੀ ਸੀਵੀ ਫੁਟੇਜ ਜਿਹੜੀ ਸੀ ਉਹ ਬਾਹਰ ਕੱਢ ਕੇ ਜਾਣਬੁੱਝ ਕੇ ਵਾਇਰਲ ਕਰਵਾ ਦਿੱਤੀ ਸਰਕਾਰ ਦੇ। 2 ਦਿਨ ਪਹਿਲਾਂ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਇੱਕ ਮੁੰਡੇ ਦੀ ਮੌਤ ਹੋ ਜਾਂਦੀ ਹੈ। ਉਹਦੀ ਬਾਂਹ 'ਚੋਂ ਸਿਰਿੰਜ ਪੁੱਟੀ ਜਾਂਦੀ ਆ ਉਹਦੀ ਮੌਤ ਤੋਂ ਬਾਅਦ, ਕਿਉਂਕਿ ਉਹ ਓਵਰਡੋਜ਼ ਦੇ ਨਾਲ ਮਰ ਗਿਆ। ਹੁਣ ਜੇਲ੍ਹ ਦੇ ਵਿੱਚ ਸਿਰਿੰਜ ਕਿੱਥੋਂ ਪਹੁੰਚਦੀ ਹੈ, ਜੇਲ੍ਹ ਦੇ ਅੰਦਰ ਨਸ਼ੇ ਕਿੱਥੋਂ ਪਹੁੰਚਦੇ ਆ, ਇਹ ਤਾਂ ਕਿਸੇ ਤੋਂ ਕੋਈ ਲੁਕਿਆ ਛਿਪਿਆ ਜਿਹੜਾ ਜੀ ਉਹ ਨਹੀਂ ਗਾ, ਸਭ ਨੂੰ ਪਤਾ ਹੈ। ਇਹ ਮਿਲੀ ਭੁਗਤ ਦੇ ਨਾਲ ਅੰਦਰ ਜਿਹੜਾ ਜੀ ਉਹ ਜਾਂਦਾ। ਅਸਲ ਲੜਾਈ ਜਿਹੜੀ ਆ ਜੀ ਉਹ ਕਦੋਂ ਸ਼ੁਰੂ ਹੁੰਦੀ ਆ? ਜਦੋਂ ਜਿਹੜੇ ਅੰਦਰ ਕੈਦੀ ਨੇ ਜਿਨ੍ਹਾਂ ਨੇ ਸਹੂਲਤਾਂ ਲੈਣੀਆਂ ਹੁੰਦੀਆਂ ਉਹ ਪੈਸੇ ਨਹੀਂ ਦਿੰਦੇ। ਜਦੋਂ ਉਹ ਪੈਸੇ ਨਹੀਂ ਦਿੰਦੇ ਤਾਂ ਉਹਨਾਂ ਨੂੰ ਫਿਰ ਚੁੱਕ ਕੇ ਉਹੋ ਜਿਹੀਆਂ ਜਗ੍ਹਾ ਦੇ ਉੱਤੇ ਪਾ ਦਿੱਤਾ ਜਾਂਦਾ ਜਿੱਥੇ ਉਹ ਤੰਗੀ ਮਹਿਸੂਸ ਕਰਨ। ਉਹਨਾਂ ਦਾ ਸ਼ਿਕੰਜਾ ਕੱਸ ਦਿੱਤਾ ਜਾਂਦਾ, ਉਹਨਾਂ ਤੋਂ ਮੋਬਾਇਲ ਫੋਨ ਜਿਹੜੇ ਉਹ ਫੜ ਲਏ ਜਾਂਦੇ ਆ ਤਾਂ ਕਿ ਉਹ ਮਹੀਨਾ ਦੇਣ। ਜੇਲ੍ਹ ਦੇ ਅੰਦਰ 30-35 ਹਜ਼ਾਰ ਰੁਪਈਏ ਤੋਂ ਲੈ ਕੇ ਲੱਖ ਰੁਪਈਏ ਤੱਕ ਮਹੀਨਾ ਜਿਹੜਾ ਜੀ ਉਹ ਦੇਣਾ ਪੈਂਦਾ ਇਹਨਾਂ ਕੈਦੀਆਂ ਨੂੰ ਜਾਂ ਹਵਾਲਾਤੀਆਂ, ਕਿ ਉਹ ਸਹੂਲਤਾਂ ਜਿਹੜੀਆਂ ਜੀ ਮਾਣ ਸਕਣ ਅੰਦਰ ਰਹਿੰਦਿਆਂ ਹੋਇਆ। ਇਹ ਪੈਸਾ ਕੋਈ ਇੱਕ ਬੰਦਾ ਨਹੀਂ ਲੈਂਦਾ, ਇਹ ਉੱਪਰ ਤੱਕ ਪੈਸਾ ਜਿਹੜਾ ਜੀ ਉਹ ਚੜ੍ਹਦਾ। ਜਦੋਂ ਸ਼ਿਕੰਜਾ ਕੱਸਿਆ ਜਾਂਦਾ ਉਦੋਂ ਅਜਿਹੀਆਂ ਜਿਹੜੀਆਂ ਜੀ ਉਹ ਘਟਨਾਵਾਂ ਫਿਰ ਜਨਮ ਲੈਂਦੀਆਂ ਨੇ। ਜਿਹੋ ਜੀ ਪਟਿਆਲੇ ਦੀ ਜੇਲ੍ਹ ਦੇ ਵਿੱਚ ਇਹ ਕਿਹਾ ਗਿਆ ਕਿ ਕਹਿੰਦੇ ਸੂਚਨਾ ਮਿਲੀ ਸੀ ਕਿ ਫੋਨ ਨੇ ਜਿਹੜੇ ਲੁਕੋ ਕੇ ਰੱਖੇ ਹੋਏ, ਤੇ ਫੋਨ ਫੜਨ ਦੇ ਵਾਸਤੇ ਜੇਲ੍ਹ ਅਧਿਕਾਰੀ ਗਏ ਤੇ ਉਹਨਾਂ ਦੇ ਉੱਤੇ ਹਮਲਾ ਕਰਤਾ। ਇਸ ਹਮਲੇ ਦੇ ਵਿੱਚ ਇੱਕ DSP ਜਿਹੜਾ ਪੱਧਰ ਦਾ ਹੈ ਵਿਅਕਤੀ ਉਹ ਜ਼ਖਮੀ ਹੋ ਗਿਆ, ਉਹਦੇ ਸਿਰ ਦੇ ਵਿੱਚ ਇੱਟ ਜਿਹੜੀ ਉਹ ਵੱਜੀ, ਤੇ ਬਾਕੀ 3-4 ਉਹਦੇ ਨਾਲ ਦੇ ਹੋਰ ਜਿਹੜੇ ਜੀ ਉਹ ਜ਼ਖਮੀ ਹੋਏ ਨੇ। ਇਹਨਾਂ ਨੂੰ ਮੁੜ ਕੇ 100 ਮੁਲਾਜ਼ਮ ਜਿਹੜੇ ਸੀਗੇ ਜੀ ਉਹਨਾਂ ਨੇ ਜੇਲ੍ਹ ਦੇ ਅੰਦਰ ਜਾ ਕੇ ਫਲੈਗ ਮਾਰਚ ਕੀਤਾ ਤੇ ਉੱਥੋਂ ਫੇਰ ਜਿਹੜਾ ਜੀ ਇਹ ਕੈਦੀਆਂ ਨੂੰ ਕਾਬੂ ਕੀਤਾ ਜਾ ਸਕਿਆ, ਕਿਉਂਕਿ ਜੇਲ੍ਹ ਦੇ ਅੰਦਰ ਨਾ ਕੋਈ ਇਨਕੁਆਇਰੀ ਹੋਣੀ ਹੈ, ਨਾ ਕੋਈ ਪੁੱਛਗਿੱਛ ਜਿਹੜੀ ਹੈ ਜੀ ਉਹ ਹੋਣੀ। ਹੁਣ ਇਹਨੂੰ ਦਬਾ ਦਿੱਤਾ ਜਾਊਗਾ, ਸਭ ਕਾਸੇ ਨੂੰ ਦਬਾ ਇਸ ਕਰਕੇ ਦਿੱਤਾ ਜਾਊਗਾ ਕਿ ਇਹਦੇ ਵਿੱਚ ਇਹ ਅਧਿਕਾਰੀ ਜਿਹੜੇ ਜੀ ਉਹ ਸ਼ਾਮਲ ਏਦਾਂ ਹੁੰਦੇ ਆ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਮਹੀਨਾ ਲੈਣਾ ਹੁੰਦਾ। ਜਦੋਂ ਕੋਈ ਲੱਗਦਾ ਕਿ ਮਹੀਨਾ ਘੱਟ ਗਿਆ ਜਾਂ ਜਿਹੜਾ ਕੋਈ ਨਵਾਂ ਅਫਸਰ ਆ ਗਿਆ, ਉਹ ਫਿਰ ਆਉਂਦਿਆਂ ਸਾਰ ਸਖਤੀ ਕਰਦਾ। ਸਖਤੀ ਇਸ ਕਰਕੇ ਕਰਦਾ ਕਿ ਉਹਦਾ ਜਿਹੜਾ ਪੈਸੇ ਆ ਉਹ ਤੁਰੇ ਰਹਿਣ। ਇਹ ਉੱਥੋਂ ਸਾਰੀ ਕਹਾਣੀ ਜਿਹੜੀ ਦੀ ਉਹ ਤੁਰਦੀ ਹੈ। ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਦੇ ਵਿੱਚ ਓਪਨਲੀ ਜਿਹੜਾ ਜੀ ਉਹ ਨਸ਼ਾ ਮਿਲਦਾ, ਓਪਨਲੀ ਸਾਰਾ ਕੁਝ ਮਿਲਦਾ। ਜਿਹੜੀਆਂ ਅੰਦਰ ਰਹਿਣ ਦੀਆਂ ਸਹੂਲਤਾਂ ਨੇ ਉਹਦੇ ਵਾਸਤੇ ਪੈਸੇ ਦੇਣੇ ਰਹਿੰਦੇ ਆ। ਜਦੋਂ ਉਹ ਪੈਸੇ ਬੰਦ ਹੁੰਦੇ ਆ ਉਦੋਂ ਇਸ ਤਰ੍ਹਾਂ ਦੇ ਹਮਲੇ ਹੋਣ ਦੀਆਂ ਜਿਹੜੀਆਂ ਜੀ ਉਹ ਖਬਰਾਂ ਸਾਹਮਣੇ ਆਉਂਦੀਆਂ ਨੇ, ਕਿਉਂਕਿ ਹੈ ਤਾਂ ਅੰਦਰ ਜਿਹੜੇ ਜੀ ਉਹ ਕ੍ਰਿਮੀਨਲ ਮਾਈਂਡਡ ਲੋਕ, ਉਹਨਾਂ ਦੇ ਉੱਤੇ ਜਦੋਂ ਸ਼ਿਕੰਜਾ ਕੱਸਿਆ ਜਾਂਦਾ ਤੇ ਫਿਰ ਉਹ ਕੱਸੇ ਹੋਏ ਸ਼ਿਕੰਜੇ ਦਾ ਜਿਹੜਾ ਇਸੇ ਤਰੀਕੇ ਦੇ ਨਾਲ ਜਵਾਬ ਦੇ ਜੀ। ਤੇ ਅੱਗੇ ਗੱਲ ਕਰਦੇ ਹਾਂ ਬੇਅਦਬੀ ਕਾਂਡ ਦੀ। ਉਸ ਮਾਮਲੇ ਦੇ ਵਿੱਚ CBI ਨੇ ਸਿੱਟ ਦੀ ਜਾਂਚ ਨੂੰ ਗਲਤ ਦੱਸਿਆ। ਦੇਖੋ, ਇਹ ਮਾਮਲਾ ਉਦਾਂ ਹੀ ਚੱਲੀ ਜਾਂਦਾ ਜਿਵੇਂ ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ। ਹੁਣ ਤਾਂ ਇਉਂ ਲੱਗਦਾ ਜੀ ਪਾਣੀ ਰਿੜਕਿਆ ਜਾ ਰਿਹਾ, ਇਹਦੇ ਵਿੱਚੋਂ ਕੱਢਣ ਪਾਉਣ ਨੂੰ ਬਹੁਤ ਕੁਝ ਨਹੀਂ ਜਿਹੜਾ ਜੀ ਉਹ ਨਿਕਲਣਾ ਆਉਣ ਵਾਲੇ ਸਮੇਂ ਦੇ ਦੌਰਾਨ। ਜੇ ਮੰਨ ਲਓ ਵੱਡੇ ਕੁਝ ਨਾਮ ਜਿਨ੍ਹਾਂ ਦਾ ਨਾਮ ਆਉਂਦਾ ਬੇਅਦਬੀ ਕਾਂਡ ਦੇ ਵਿੱਚ, ਉਹਨਾਂ ਦੇ ਉੱਤੇ ਮਾਮਲੇ ਦਰਜ ਹੋ ਵੀ ਜਾਂਦੇ ਆ ਤੇ ਸਜ਼ਾ ਵਗੈਰਾ ਜਿਹੜੀ ਉਹ ਹੋ ਸਕਣੀ ਬਹੁਤ ਔਖੀ ਆ, ਕਿਉਂਕਿ ਮੌਜੂਦਾ ਸਰਕਾਰ ਨੇ ਇੰਨਾ ਕੁ ਰੋਲ ਕੇ ਰੱਖ ਦਿੱਤਾ ਇਸ ਮਾਮਲੇ ਨੂੰ ਕਿ ਜਦੋਂ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਸੀ ਉਦੋਂ ਇਉਂ ਲੱਗਦਾ ਸੀਗਾ ਕਿ ਇਸ ਮਾਮਲੇ ਦੇ ਵਿੱਚ ਬਹੁਤ ਛੇਤੀ ਉਹ ਲੋਕ ਕਟਹਿਰੇ ਦੇ ਵਿੱਚ ਹੋਣਗੇ ਜਿਹੜੇ ਇਹਨਾਂ ਘਟਨਾਵਾਂ ਦੇ ਵਾਸਤੇ ਜ਼ਿੰਮੇਵਾਰ ਨੇ, ਪਰ ਅਜਿਹਾ ਨਹੀਂ ਹੋ ਸਕਿਆ। ਸਿੱਟ ਬਣਾ ਕੇ ਸਿੱਟ ਦੇ ਮਾਮਲੇ ਦੇ ਵਿੱਚ ਜਿਵੇਂ ਰੋਲ ਕੇ ਰੱਖਤਾ, ਹੁਣ ਕਰ ਲਓ, ਹੁਣ ਨਾ ਕਰੋ, ਹੁਣ ਨਾ ਕਰੋ, ਹੁਣ ਕਰ ਲਓ। ਇੱਕ ਦਿਨ ਕੁਝ ਜਿਹੜਾ ਦੀ ਉਹ ਕਰ ਲਿਆ, ਕੁਝ ਰਿਪੋਰਟਾਂ ਆ ਗਈਆਂ, ਉਦੋਂ ਬਾਅਦ ਸਾਰਾ ਕੁਝ ਜਿਹੜਾ ਦੀ ਉਹ ਠੱਪ ਟਪਾ ਹੋ ਗਿਆ। ਇਹਦੇ ਵਿੱਚ ਬਹੁਤਾ ਕੁਝ ਨਿਕਲਣ ਦੇ ਚਾਂਸਸ ਜਿਹੜੇ ਦੀ ਉਹ ਘਟਦੇ ਤੁਰੇ ਜਾ ਰਹੇ ਆ ਡੇ ਬਾਈ ਡੇ। ਬਰਗਾੜੀ ਸਣੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ਦੇ ਵਿੱਚ ਕਲੋਜ਼ਰ ਰਿਪੋਰਟ ਤੇ ਨਵੇਂ ਸਿਰਿਓਂ ਜਾਂਚ ਸੰਬੰਧੀ
ਕੇਸ ਦੀ ਸੁਣਵਾਈ ਜਿਹੜੀ ਹੈ ਜੀ ਉਹ ਮੋਹਾਲੀ CBI ਅਦਾਲਤ ਦੇ ਵਿੱਚ ਜਿਹੜੀ ਆ ਉਹ ਫੇਰ ਹੋਈ ਇੱਕ ਵਾਰੀ। CBI ਪੰਜਾਬ ਸਰਕਾਰ ਤੇ ਜਿਹੜੇ ਸ਼ਿਕਾਇਤਕਰਤਾ ਨੇ ਉਹਨਾਂ ਡੇਰਾ ਸਿਰਸਾ ਦੇ ਵਕੀਲਾਂ ਦੇ ਵਿਚਾਲੇ ਬਹਿਸ ਹੋਈ। ਪੰਜਾਬ ਸਰਕਾਰ ਦੇ ਵੱਲੋਂ ਪਹਿਲੀ ਵਾਰੀ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਰੇਨ ਰਾਵਲ ਨੇ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਬਹਿਸ ਕੀਤੀ। ਇਸ ਤੋਂ ਪਹਿਲਾਂ CBI ਦੇ ਵਕੀਲਾਂ ਤੇ ਜਾਂਚ ਅਧਿਕਾਰੀਆਂ ਨੇ ਸੂਬਾ ਸਰਕਾਰ ਤੇ ਪੰਜਾਬ ਪੁਲਿਸ ਦੀ ਸਿੱਟ ਦੀ ਕਾਰਵਾਈ ਦੇ ਉੱਤੇ ਸਵਾਲ ਚੁੱਕਦਿਆਂ ਇਹ ਕਿਹਾ ਕਿ ਜਦੋਂ ਉਹ CBI ਵਾਲੇ ਜਾਂਚ ਕਰ ਰਹੇ ਸੀ ਤਾਂ ਪੰਜਾਬ ਪੁਲਿਸ ਨੂੰ ਜਾਂਚ ਕਰਨ ਦਾ ਕੋਈ ਅਧਿਕਾਰ ਨਹੀਂ। SIT ਦੇ ਮੁਲਜ਼ਮਾਂ ਖਿਲਾਫ ਵੱਖਰਾ ਚਲਾਨ ਪੇਸ਼ ਕਰਕੇ ਉਹਨਾਂ ਨੇ ਵੱਖਰਾ ਚਲਾਨ ਪੇਸ਼ ਕਰਕੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਇਹ CBI ਤੇ ਉਹਦੇ ਵਕੀਲ ਨੇ ਉਹਨਾਂ ਨੇ ਇਹ ਕਿਹਾ ਕਿ ਕੇਂਦਰ ਸਰਕਾਰ ਦੇ ਹੁਕਮਾਂ ਦੇ ਅਨੁਸਾਰ CBI ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਤੇ ਕੇਂਦਰ ਸਰਕਾਰ ਨੂੰ ਜਾਂਚ ਕਰਨ ਤੋਂ ਕੇਂਦਰ ਸਰਕਾਰ ਨੇ ਉਹਨਾਂ ਨੂੰ ਜਾਂਚ ਕਰਨ ਤੋਂ ਨਹੀਂ ਰੋਕਿਆ ਔਰ ਪੰਜਾਬ ਪੁਲਿਸ ਦੀਆਂ ਗਤੀਵਿਧੀਆਂ ਦੇ ਉੱਤੇ ਰੋਕ ਲਾਈ ਜਾਵੇ। ਉਧਰ ਜਿਹੜੇ ਸ਼ਿਕਾਇਤ ਕਰਨ ਵਾਲੇ ਨੇ ਉਹਨਾਂ ਦੇ ਵਕੀਲ ਜਿਹੜੇ ਨੇ ਉਹਨਾਂ ਨੇ ਇਹ ਮੰਗ ਕੀਤੀ ਕਿ ਮਾਮਲੇ ਦੀ ਲਗਾਤਾਰ ਸੁਣਵਾਈ ਕੀਤੀ ਜਾਵੇ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 9 ਤਰੀਕ ਤੇ ਪਾਈ ਹੈ। CBI ਦੇ ਵਕੀਲਾਂ ਨੇ ਸਰਕਾਰ ਨੂੰ ਘੇਰਦਿਆਂ ਇਹ ਕਿਹਾ ਕਿ ਜੇ CBI ਤੋਂ ਜਾਂਚ ਵਾਪਸ ਲੈਣੀ ਸੀ ਤਾਂ ਏਜੰਸੀ ਲਈ ਕਿਉਂ ਲਿਖੀ ਗਈ ਸੀ। CBI ਦੀਆਂ ਇਹਨਾਂ ਦਲੀਲਾਂ ਦੇ ਬਾਰੇ ਅਦਾਲਤ ਨੇ ਸਰਕਾਰ ਤੋਂ ਜਿਹੜਾ ਉਹ ਜਵਾਬ ਮੰਗਿਆ। ਕਹਾਣੀ ਫਿਰ ਉਹੀ ਹੈ ਜੀ, ਉੱਥੇ ਹੀ ਖੜੀ ਹੈ ਕਹਾਣੀ। ਭੌਂਕੇ ਜਿਹੜੀਆਂ ਪੰਜਾਬੀ ਫਿਲਮਾਂ ਹੁੰਦੀਆਂ ਸੀ ਉਹਦੇ ਵਿੱਚ ਨਾ ਘੋੜੇ ਦਿਖਾਉਂਦੇ ਹੁੰਦੇ ਸੀਗੇ ਡਾਕੂਆਂ ਦੇ ਜਿਹੜੇ ਉਹ ਭੱਜੇ ਜਾਂਦੇ ਤੇ ਉਹ ਇੱਕ ਦਾਇਰਾ ਜਿਹਾ ਗੋਲਕ ਧਾਰਾ ਜਿਹੜਾ ਜੀ ਉਹ ਲਿਖਿਆ ਹੁੰਦਾ ਸੀ, ਉੱਥੇ ਹੀ ਭੱਜ ਕੇ ਘੋੜੇ ਜਿਹੜੇ ਆਈ ਜਾਂਦੇ ਸੀ। ਤਾਂ ਫਿਲਮ ਵੇਖਣ ਵਾਲਾ ਇਹ ਸੋਚਦਾ ਵੀ ਬਹੁਤ ਦੂਰ ਤੱਕ ਜਾ ਰਹੇ ਆ। ਇਹ ਵੀ ਘੋੜੇ ਉਸੇ ਤਰੀਕੇ ਦੇ ਆ। ਗੋਲਕ ਧਾਰਾ ਜਿਹੜਾ ਜੀ ਉਹ ਬੰਨਿਆ ਹੋਇਆ, ਇੱਕ ਵਾਰੀ CBI, ਇੱਕ ਵਾਰੀ ਸਿੱਟ, ਇੱਕ ਵਾਰੀ ਸਿੱਟ, ਇੱਕ ਵਾਰੀ CBI। ਉੱਥੇ ਜਿਹੜਾ ਜੀ ਉਹ ਗੇੜੇ ਕੱਢੀ ਜਾਂਦੇ ਆ ਔਰ ਇਹਨਾਂ ਗੇੜਿਆਂ ਦੇ ਵਿੱਚੋਂ ਕੀ ਨਿਕਲਣਾ, ਇਨਸਾਫ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ ਡੇ ਬਾਈ ਡੇ ਮਿਲ ਸਕਣਾ ਮੱਧਮ ਹੁੰਦਾ ਜਾ ਰਿਹਾ। ਬਿਲਕੁਲ ਜੀ, ਸਾਹਮਣੇ ਹੀ ਆ। ਤੇ ਅੱਗੇ SYL ਨਹਿਰ ਆ ਜਿਹੜੀ ਮੈਨੂੰ ਲੱਗਦਾ ਵੀ ਕਈ ਸਾਲਾਂ ਤੋਂ ਚੱਲਦਾ ਹੈ ਤੇ ਹੁਣ ਇਲੈਕਸ਼ਨ ਤਾਈਂ ਫਿਰ ਇਹ ਭੂਤ ਹੈ ਜਿਹੜਾ ਇੱਦਾਂ ਤੁਰਿਆ ਫਿਰੂਗਾ, ਉਸ ਤੇ ਸਿਆਸਤ ਹੋਣੀ ਸ਼ੁਰੂ ਹੋ ਗਈ। ਦੇਖੋ SYL ਜਿਹੜੀ ਹੈ ਇਹ 1981 ਦੇ ਵਿੱਚ ਮਾਮਲਾ ਔਰ ਪੰਜਾਬ ਦੀ ਧੌਣ ਦੇ ਉੱਤੇ ਗੋਡਾ ਧਰ ਕੇ ਸਾਈਨ ਜਿਹੜੇ ਆ ਜੀ ਉਹ ਕਰਵਾ ਲਏ ਜਾਂਦੇ ਆ ਕਿ ਚਲੋ ਇਹਦੇ ਉੱਤੇ ਜਿਹੜੇ ਉਹ ਸਾਈਨ ਕਰੋ। ਔਰ ਸਵਾਲ ਜਿਹੜਾ ਇਹ ਵੱਡਾ ਹੈ ਕਿ ਹੁਣ ਤੱਕ ਇਹਦੇ ਵਿੱਚੋਂ ਕੀ ਕੱਢਣ ਪਾਉਣ ਨੂੰ ਜਿਹੜਾ ਵੀ ਉਹ ਰਿਹਾ। ਪੰਜਾਬ ਹੋਵੇ ਤੇ ਚਾਹੇ ਹੋਵੇ ਹਰਿਆਣਾ, ਇਹਨਾਂ ਨੇ ਸਿਆਸਤ ਇੱਥੇ ਸਿਆਸੀ ਲੋਕਾਂ ਨੇ ਕੀਤੀ। ਬਾਰ-ਬਾਰ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਵੋਟਾਂ ਜਿਹੜੀਆਂ ਸੀ ਉਹ ਬਟੋਰੀਆਂ। ਚੌਧਰੀ ਦੇਵੀ ਲਾਲ ਹੋਰਾਂ ਨੂੰ ਕੌਣ ਜਿਹੜਾ ਵੀ ਉਹ ਭੁੱਲ ਸਕਦਾ। ਉਹ ਪਗਵਟ ਭਰਾ ਸਨ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ। ਉਹਨਾਂ ਦਾ ਪਹਿਲਾਂ ਜਿਹੜਾ ਜੀ ਦਲ ਹੁੰਦਾ ਸੀਗਾ, ਅੱਜ ਕੱਲ੍ਹ ਤਾਂ ਉਹ ਇਨੈਲੋ ਜਿਹੜੀ ਉਹ ਬਣ ਗਈ, ਉਦੋਂ ਲੋਕ ਦਲ ਹੁੰਦਾ ਸੀਗਾ ਉਹਨਾਂ ਦਾ। ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਂਝ ਭਿਆੜੀ ਪਾ ਕੇ ਐਸਾ ਮੁੱਦਾ ਜਿਹੜਾ ਜੀ ਉਹ ਉਭਾਰਿਆ ਕਿ 80 ਸੀਟਾਂ ਜਿਹੜੀਆਂ ਹਰਿਆਣੇ ਦੀਆਂ ਨੇ ਉਹਦੇ ਵਿੱਚੋਂ ਉਹ 75 ਸੀਟਾਂ ਜਿੱਤ ਕੇ ਰਿਕਾਰਡ ਸਿਰਜ ਦਿੱਤਾ। ਰਿਕਾਰਡ ਕਿਵੇਂ ਸਿਰਜਿਆ ਗਿਆ? ਇਹ ਕਿਹਾ ਗਿਆ ਕਿ ਨਹਿਰ ਤੁਹਾਨੂੰ ਅਸੀਂ ਕੱਢ ਕੇ ਦਿਖਾਵਾਂਗੇ ਕਿ ਕਿਹੜੇ ਤਰੀਕੇ ਦੇ ਨਹਿਰ ਨਾਲ ਜਿਹੜੀ ਹੈ ਜੀ ਇਹ ਨਹਿਰ ਕੱਢੀ ਜਾਂਦੀ ਹੈ। ਉਹਨਾਂ ਨੇ ਇਹ ਵੀ ਗੱਲ ਆਖੀ ਕਿ ਮੌਜੂਦਾ ਜਿਹੜੇ ਸਿਆਸਤਦਾਨ ਨੇ ਉਦੋਂ ਦੇ ਹਰਿਆਣੇ ਦੇ ਤੇ ਉਹਨਾਂ ਤੋਂ ਇਹ ਨਹਿਰ ਨਹੀਂ ਜਿਹੜੀ ਉਹ ਕੱਢੀ ਜਾਣੀ। ਲੋਕਾਂ ਨੇ ਵਿਸ਼ਵਾਸ ਕੀਤਾ ਹਰਿਆਣੇ ਦਿਆਂ ਨੇ ਉਹਨਾਂ ਦੇ ਉੱਤੇ ਔਰ ਇਹ ਨਹਿਰ ਜਿਹੜੀ ਸੀ ਉਹ ਉਹਦਾ ਨਿਕਲਣੀ ਕੀ ਕਰਨੀ ਸੀ ਹਰਿਆਣੇ ਦੇ ਵਿੱਚ ਇਹ ਬਣ ਗਈ। ਔਰ ਪੰਜਾਬ ਦੇ ਵਿੱਚ ਵੀ ਇਹ ਨਹਿਰ ਬਣਨੀ ਜਦੋਂ ਸ਼ੁਰੂ ਹੋਈ, ਇੱਥੇ ਕਪੂਰੀ ਦੇ ਵਿੱਚ ਟੱਕ ਲੱਗਦਾ ਆ ਕੇ ਉਦੋਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਟੱਕ ਲਾਉਂਦੇ ਆ ਤੇ ਉਹਨਾਂ ਨੂੰ ਚਾਂਦੀ ਦੀ ਕਈ ਜਿਹੜੀ ਆ ਜੀ ਉਹ ਪੇਸ਼ ਕਰਦੇ ਆ ਮੌਜੂਦਾ ਜਿਹੜੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ। ਚੌਧਰੀ ਦੇਵੀ ਲਾਲ ਹੋਰੀ ਹਰਿਆਣੇ ਦੀ ਵਿਧਾਨ ਸਭਾ ਦੇ ਵਿੱਚ ਧੰਨਵਾਦ ਕਰਦੇ ਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ। ਇਹ ਵੀ ਗੱਲ ਕਹਿੰਦੇ ਆ ਕਿ ਇੰਨੇ ਕਰੋੜ ਰੁਪਈਆ ਦਿੱਤਾ ਗਿਆ। ਇਹ ਕਿਹਾ ਜਾਂਦਾ ਕਿ ਬਾਲਾਸਰ ਫਾਰਮ ਤੇ ਚਾਹੇ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਦਿੱਲੀ ਦੇ ਵਿੱਚ ਹੈ, ਗੁੜਗਾਉਂ 'ਚ ਸਥਿਤ ਹੈ, ਉਹਦੇ ਨੇੜੇ ਜਿਹੜਾ 5 ਸਟਾਰ ਹੋਟਲ ਬਾਦਲ ਪਰਿਵਾਰ ਦਾ ਇਹ ਵੀ ਉਹਦੀ ਉਪਜ ਹੈ ਉਸ ਕਿਤੇ ਨਾ ਕਿਤੇ ਜਿਹੜਾ ਉਹ ਸਮਝੌਤੇ ਦੀ। 44 ਸਾਲਾਂ ਦੇ ਵਿੱਚ ਹਰਿਆਣੇ ਦੇ ਵਿੱਚ 9 ਮੁੱਖ ਮੰਤਰੀਆਂ ਨੇ 17 ਵਾਰੀ ਸਰਕਾਰਾਂ ਬਣਾਈਆਂ। 44 ਸਾਲਾਂ 'ਚ 9 ਮੁੱਖ ਮੰਤਰੀਆਂ ਨੇ ਹਰਿਆਣੇ ਦੇ ਵਿੱਚ 17 ਸਰਕਾਰਾਂ ਬਣਾਈਆਂ, ਪਰ ਕਹਾਣੀ ਉੱਥੇ ਦੀ ਉੱਥੇ ਫੇਰ ਖੜੀ। ਹੁਣ ਪਿਛਲੇ ਦਿਨੀ ਜਿਹੜੀ 2 ਦਿਨ ਪਹਿਲਾਂ ਇੱਕ ਮੀਟਿੰਗ ਕਰਵਾਈ ਗਈ ਆਪਣੇ ਵੀਡੀਓ ਕਾਨਫਰੰਸਿੰਗ ਦੇ ਰਾਹੀਂ। ਹਰਿਆਣੇ ਦੇ ਮੁੱਖ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਤੇ ਜਿਹੜੇ ਕੇਂਦਰੀ ਜਲ ਮੰਤਰੀ ਨੇ ਉਹ ਇਹਦੇ ਵਿੱਚ ਸ਼ਾਮਲ ਹੋਏ ਕਿਉਂਕਿ ਸੁਪਰੀਮ ਕੋਰਟ ਨੇ ਆਖਿਆ ਕਿ ਇਹਨਾਂ ਦੀ ਗੱਲਬਾਤ ਕਰਵਾ ਕੇ ਦੇਖੋ ਜੇ ਮਸਲੇ ਦਾ ਹੱਲ ਨਿਕਲਦਾ। ਅੱਜ ਦੀ ਸਥਿਤੀ ਜਿਹੜੀ ਆ 1981 ਵਾਲੀ ਨਹੀਂ ਹੈਗੀ। ਔਰ ਅੱਜ ਜਿਹੜਾ ਪੰਜਾਬ ਦੇ ਦਰਿਆਵਾਂ ਦੇ ਵਿੱਚ ਕਿੰਨਾ ਕੁ ਜਿਹੜਾ ਜੀ ਉਹ ਪਾਣੀ ਰਹਿ ਗਿਆ ਇਹ ਸਭ ਨੂੰ ਪਤਾ।
ਜਦੋਂ ਦੀ ਇਹ ਗੱਲਾਂ ਨੇ, ਉਹਨਾਂ ਦਿਨਾਂ ਦੇ ਵਿੱਚ ਕੋਈ 40 ਫੁੱਟ ਤੇ 45 ਫੁੱਟ ਦੇ ਉੱਤੇ ਪੰਜਾਬ 'ਚ ਪਾਣੀ ਹੁੰਦਾ ਸੀ। ਪੰਜਾਬ ਦੇ ਵਿੱਚ ਅੱਜ ਵੀ ਜਿਹੜੀ ਖੇਤੀ ਆ, ਇਹਨੂੰ ਸਿੰਜਣ ਦੇ ਵਾਸਤੇ 73% ਟਿਊਬਵੈੱਲਾਂ ਦਾ ਪਾਣੀ ਕੱਢਿਆ ਜਾਂਦਾ, ਜਦੋਂ ਕਿ ਸਿਰਫ ਜਿਹੜਾ ਜੀ ਉਹ 23% ਨਹਿਰੀ ਪਾਣੀ ਜਿਹੜਾ ਉਹ ਆਉਂਦਾ। ਇਹ ਤੋਂ ਵੱਧ ਵੀ ਹੋ ਸਕਦਾ। ਤੇ ਜਿਹੜਾ ਜਦੋਂ ਪੰਜਾਬ ਕੋਲ ਸਿੰਜਣ ਲਈ ਪਾਣੀ ਨਹੀਂ ਹੈਗਾ ਤੇ ਉਹ ਦੂਜੇ ਸੂਬਿਆਂ ਨੂੰ ਕਿਵੇਂ ਦੇ ਸਕਦਾ? ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ। ਔਰ ਜਿਹੜਾ ਰਾਜਸਥਾਨ ਨੂੰ ਪਾਣੀ ਜਾ ਰਿਹਾ ਹਰੀਕੇ ਪਤਨ ਤੋਂ ਜਾਂਦਾ ਰਾਜਸਥਾਨ ਨੂੰ, ਉਹ ਸ੍ਰੀ ਗੰਗਾ ਨਗਰ ਤੋਂ ਗਾਂਹ ਤੱਕ ਜਿਹੜਾ ਉਹ ਸਿੰਜਦਾ ਜਾਂਦਾ। ਜਿਪਸਮ ਘੁਟਾਲਾ ਪਿਛਲੇ ਦਿਨਾਂ ਸਾਹਮਣੇ ਆਇਆ। ਜਿਪਸਮ ਘੁਟਾਲਾ ਕੀ ਹੈ? ਜਿਪਸਮ ਕੀ ਹੈ? ਜਿਪਸਮ ਮਿੱਟੀ ਹੈ ਰਾਜਸਥਾਨ ਦੀ। ਯੂਰੀਆ ਵੀ ਰਾਜਸਥਾਨ ਦੇ ਵਿੱਚ। ਉਹ ਮਿੱਟੀ ਜਿਹੜੀ ਆ ਮੁੱਲ ਮਿਲਦੀ ਹੈ ਪੰਜਾਬ ਦੇ ਵਿੱਚ। ਖਾਦ ਤਾਂ ਚਲੋ ਬਣਦੀ ਹੈ, ਫੈਕਟਰੀਆਂ ਦੇ ਵਿੱਚ ਬਣਦੀ, ਮਿੱਟੀ ਵੀ ਮੁੱਲ ਮਿਲਦੀ ਹੈ। ਜੇ ਉੱਥੋਂ ਦੀ ਮਿੱਟੀ ਮੁੱਲ ਮਿਲਦੀ ਹੈ ਤੇ ਇੱਥੋਂ ਦਾ ਪਾਣੀ ਜਿਹੜਾ ਜੀ ਉਹ ਫ੍ਰੀ ਕਿਵੇਂ ਜਾਂਦਾ? ਇਹ ਬੜੇ ਸਾਰੇ ਸਵਾਲ ਨੇ। ਸਿਆਸਤਦਾਨਾਂ ਨੇ ਇਹਨਾਂ ਸਵਾਲਾਂ ਨੂੰ ਕਦੇ ਵੀ ਪੰਜਾਬ ਦੇ ਹੱਕ ਦੇ ਵਿੱਚ ਰੱਖ ਕੇ ਨਹੀਂ ਭੁਗਤਿਆ। ਪੰਜਾਬ ਦੇ ਵਿੱਚ ਜੇ ਪੰਜਾਬ ਸਰਕਾਰ ਜੇ ਸੁਪਰੀਮ ਕੋਰਟ ਦੇ ਵਿੱਚ ਕੇਸ ਹਾਰੀ, ਉਹਦੇ ਪਿੱਛੇ ਬਹੁਤ ਗੰਭੀਰ ਸਵਾਲ ਨੇ ਕਿ ਤੁਸੀਂ ਉਹ ਵਕੀਲ ਕਿਉਂ ਖੜਾ ਕਰ ਲਿਆ ਜਿਹੜਾ ਕਿਸੇ ਟਾਈਮ ਹਰਿਆਣੇ ਦਾ ਵਕੀਲ ਹੁੰਦਾ ਸੀਗਾ? ਕਿਹੜੀਆਂ ਸਾਜ਼ਿਸ਼ਾਂ ਦੇ ਤਹਿਤ ਜਿਹੜਾ ਜੀ ਉਹ ਕੀਤਾ ਗਿਆ? ਅੱਜ ਅਕਾਲੀ ਦਲ ਦੇ ਪ੍ਰਧਾਨ ਦਾ ਬਿਆਨ ਲੱਗਿਆ ਜੀ ਸਾਰੇ ਜਗ੍ਹਾ ਦੇ ਉੱਤੇ ਕਿ ਜੀ ਅਕਾਲੀ ਦਲ ਨਹਿਰ ਨਹੀਂ ਜਿਹੜਾ ਉਹ ਕੱਢਣ ਦਊਗਾ। ਉਹੀ ਅਕਾਲੀ ਦਲ ਜਿਹੜਾ ਕਹਿੰਦਾ ਸੀ ਅਸੀਂ ਤਾਂ ਡੀਨੋਟੀਫਾਈ ਕਰਤਾ ਜਿਹੜੀਆਂ ਜ਼ਮੀਨਾਂ ਸੀਗੀਆਂ, ਉਹ ਕਹਿੰਦੇ ਅਸੀਂ ਤਾਂ ਫਾਹਾ ਹੀ ਵੜਤਾ, ਅਸੀਂ ਤਾਂ ਨਹਿਰ ਜਿਹੜੀ ਉਹ ਪੂਰਤੀ, ਹੁਣ ਕਦੇ ਨਹਿਰ ਹੀ ਨਿਕਲੂਗੀ ਨਹੀਂ। ਫਿਰ ਉਹ ਡੀਨੋਟੀਫਾਈ ਕਰਕੇ ਤੁਸੀਂ ਕੀਤਾ ਸੀ, ਨਹਿਰ ਪੂਰ ਕੇ ਤੁਸੀਂ ਕੀ ਕੀਤਾ ਸੀਗਾ? ਜੇ ਅੱਜ ਤੁਸੀਂ ਕਹਿੰਦੇ ਹੋ ਕਿ ਨਹਿਰ ਅਸੀਂ ਨਹੀਂ ਨਿਕਲਣ ਦੇਵਾਂਗੇ, ਉਦੋਂ ਫਿਰ ਕਿਹੜਾ ਡਰਾਮਾ ਜਿਹੜਾ ਜੀ ਉਹ ਕਰਦੇ ਰਹੇ? ਕਿੰਨਾ ਲੋਕਾਂ ਨੇ ਸਮਝੌਤਾ ਕੀਤਾ? ਗੱਲ ਫਿਰ ਉੱਥੇ ਆ ਜਾਂਦੀ ਹੈ। ਜਿਸ ਦਿਨ ਕਾਲਾਂ ਖੁੱਲੀਆਂ ਸੀ ਉਦੋਂ ਵੀ ਉੱਥੇ ਹੀ ਗੱਲ ਸੀ, ਅੱਜ ਵੀ ਉੱਥੇ ਹੀ ਆ, ਕੱਲ ਵੀ ਉੱਥੇ ਹੀ ਜਿਹੜੀ ਗੱਲ ਰਹੂਗੀ। ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਦੁਸ਼ਮਣ ਨਹੀਂ ਪਛਾਣੇ। ਇਹਨਾਂ ਨੂੰ ਨਹੀਂ ਪਹਿਚਾਣ ਆ ਸਕੀ ਕਿ ਕੌਣ ਨੇ ਜਿਹੜੇ ਪੰਜਾਬ ਦੇ ਅਸਲ ਦੇ ਵਿੱਚ ਮੌਜੂਦਾ ਸਥਿਤੀ ਦੇ ਵਾਸਤੇ ਦੋਖੀ ਨੇ। ਕਹਾਣੀ ਉੱਥੇ ਇੰਨੇ ਸਾਲਾਂ ਦੇ ਵਿੱਚ ਕਿਉਂ ਜਿਹੜੀ ਜੀ ਉਹ ਖੜੀ ਆ? ਅਸੀਂ ਕਿਉਂ ਰਾਈਪੇਰੀਅਨ ਕਾਨੂੰਨ ਜਿਹੜੇ ਨੇ ਉਹਨਾਂ ਦੇ ਮੁਤਾਬਕ ਇਸ ਸੰਬੰਧੀ ਇਨਸਾਫ ਮੰਗਣ ਵੱਲ ਨੂੰ ਤੁਰਦੇ ਜੀ? ਕਦੀ ਰਾਈਪੇਰੀਅਨ ਕਾਨੂੰਨ ਦੀ ਗੱਲ ਉਹ ਨਹੀਂ ਕਰਦਾ ਜਿਹੜਾ ਸੱਤਾ ਤੇ ਕਾਬਜ ਹੁੰਦਾ। ਉਹ ਕੀ ਕਰਦਾ? ਲੱਲੇ ਭੱਬੇ ਜਿਹੜੇ ਜੀ ਉਹੀ ਕਰੀ ਜਾਂਦਾ। ਇੱਥੇ ਕੋਈ ਧਿਆਨ, ਹਰਿਆਣੇ ਦੇ ਵਿੱਚ ਕੋਈ ਧਿਆਨ, ਦਿੱਲੀ ਦੇ ਵਿੱਚ ਜਾ ਕੇ ਜਿਹੜਾ ਜੀ ਉਹ ਕੋਈ ਧਿਆਨ। ਇਸ ਕਰਕੇ ਇਹ ਮੌਜੂਦਾ ਸਮੱਸਿਆ ਅੱਜ ਫਿਰ ਉੱਥੇ ਹੀ ਖੜੀ ਆ। ਇਹ ਜਿੰਨ ਹੈ, ਜਦੋਂ ਦਿਲ ਕਰਦਾ ਉਦੋਂ ਝੋਲੇ ਚੋਂ ਕੱਢ ਲਿਆ ਜਾਂਦਾ। ਸਪੋਰਟਾਂ ਦੇ ਟਾਈਮ ਤੇ ਜ਼ਿਆਦਾ ਹੁੰਦਾ ਜੀ। ਅੱਗੇ ਗੱਲ ਕਰਦੇ ਹਾਂ ਸੁਮੇਧ ਸੈਣੀ ਦੇ ਖਿਲਾਫ ਵਾਧਾ ਮਾਫ ਜਿਹੜੇ ਗਵਾਹ ਆ ਉਹਨਾਂ ਦੇ ਬਿਆਨ ਅੱਜ ਦਰਜ ਹੋ। ਹੁਣ ਤਾਂ ਵੈਸੇ ਇਹ ਜਿਹੜੇ ਬਿਆਨ ਨੇ ਉਹ ਉਹਨਾਂ ਨੇ ਦਿੱਤੇ ਨੇ ਪੁਲਿਸ ਦੇ ਸਾਹਮਣੇ, ਪਰ ਅਦਾਲਤ ਦੇ ਉੱਤੇ ਨਿਗਾਹ ਅੱਜ ਜਿਹੜੀ ਜੀ ਉਹ ਲੱਗੀ ਰਹੂਗੀ। ਸੁਮੇਧ ਸੈਣੀ ਹੋਰੀ ਪੰਜਾਬ ਦੇ ਪੁਲਿਸ ਦੇ ਸਭ ਤੋਂ ਉੱਚ ਅਹੁਦੇ ਦੇ ਉੱਤੇ ਰਹੇ ਆ। ਜਦੋਂ ਬੇਅਦਬੀ ਹੋਈ ਆ ਉਦੋਂ ਉਹ ਡੀਜੀਪੀ ਸਨ ਪੰਜਾਬ ਦੇ। ਸਾਰੀਆਂ ਕਾਲਸ ਉਹਨਾਂ ਨੂੰ ਜਾਣ ਦੇ ਰਿਕਾਰਡ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਨੇ ਪੇਸ਼ ਕੀਤੇ ਸੀਗੇ। ਕਿਹਨਾਂ ਦੇ ਨਾਲ ਗੱਲਾਂ ਹੋਈਆਂ, ਜਿਹੜੇ ਉਹਨਾਂ ਦੇ ਚਹੇਤੇ ਆਫੀਸਰ ਸੀ ਉਹ ਦੂਜੇ ਜ਼ਿਲ੍ਹਿਆਂ ਚੋਂ ਲਿਆ ਕੇ ਉੱਥੇ ਨਾਲ ਦੀ ਨਾਲ ਲਾਏ ਗਏ ਕੋਟਕਪੂਰੇ ਦੇ ਵਿੱਚ, ਜਿਨ੍ਹਾਂ ਨੇ ਜਿਹੜਾ ਸੀਗਾ ਉੱਥੇ ਦੇ ਵਿੱਚ ਸੰਗਤ ਦੇ ਉੱਤੇ ਗੰਦਾ ਪਾਣੀ ਸੀਵਰੇਜ ਵਾਲਾ ਸੁੱਟਿਆ, ਗੋਲੀਆਂ ਚਲਾਈਆਂ, ਡਾਂਗਾ ਜਿਹੜੀਆਂ ਸੀ ਉਹ ਮਾਰੀਆਂ। ਉਹ ਡੀਜੀਪੀ ਉਦੋਂ ਉਹੀ ਸਨ। ਇਹ ਮਾਮਲਾ ਥੋੜਾ ਪੁਰਾਣਾ, ਜਿਹੜਾ 29 ਸਾਲ ਪਹਿਲਾਂ ਦਾ ਇੱਕ ਬੰਬ ਧਮਾਕਾ ਹੁੰਦਾ ਤੇ ਉਹਦੇ ਵਿੱਚ ਸੁਮੇਧ ਸੈਣੀ ਤਾਂ ਬਚ ਜਾਂਦੇ ਆ। ਉਹਦੇ ਵਾਸਤੇ ਬਲਵੰਤ ਸਿੰਘ ਮੁਲਤਾਨੀ ਨਾਂ ਦੇ ਜਿਹੜਾ ਜੀ ਸਿਟਕੋ ਦੇ ਜੂਨੀਅਰ ਇੰਜੀਨੀਅਰ ਉਹਨੂੰ ਚੁੱਕਿਆ ਜਾਂਦਾ, ਚੁੱਕ ਕੇ ਉਹਨੂੰ 17 ਥਾਣੇ ਦੇ ਵਿੱਚ ਲਿਆਂਦਾ ਜਾਂਦਾ। ਔਰ ਇਹਦੇ ਵਾਸਤੇ ਜਿਹੜੀ ਜਾਂਚ ਹੁੰਦੀ ਆ ਅੱਜ ਤੋਂ ਕੁਝ ਸਾਲ ਪਹਿਲਾਂ ਹੁੰਦੀ, CBI ਨੂੰ ਮਿਲ ਜਾਂਦੀ ਹੈ। CBI ਦੀ ਜਾਂਚ ਜਿਹੜੀ ਆ ਜੀ ਉਹ ਰੁਕਵਾ ਲਈ ਜਾਂਦੀ ਹੈ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ। ਪਤਾ ਤਾਂ ਪੰਥਕ ਪਾਰਟੀ ਨੂੰ ਵੀ ਸੀਗਾ ਉਦੋਂ ਕਿ ਇਹ ਕਿਹੋ ਜਿਹੀਆਂ ਜਾਂਚਾਂ ਦਾ ਸਾਹਮਣਾ ਕਰ ਰਿਹਾ ਇਹ ਆਫੀਸਰ ਜਿਹੜਾ ਅੱਜ ਕੱਲ੍ਹ ਰਿਟਾਇਰ ਹੈ। ਸੈਣੀ ਮੋਟਰਸ ਵਾਲਿਆਂ ਦਾ ਮਾਮਲਾ ਸਭ ਨੂੰ ਯਾਦ ਹੋਣਾ, ਪਰ ਉਹ ਪੰਥਕ ਆਗੂ ਜਿਹੜੇ ਆ ਜੀ ਉਹ ਇਹਨੂੰ ਲਿਆ ਕੇ ਪੰਜਾਬ ਦੀ ਪੁਲਿਸ ਦੇ ਸਭ ਤੋਂ ਉੱਚ ਅਹੁਦੇ ਤੇ ਬਿਠਾ ਦਿੰਦੇ। ਇਹ ਕੀ ਮਿਲੀ ਭੁਗਤ ਹੈ? ਪੰਜਾਬੀਆਂ ਨੇ ਕਦੀ ਜਾਣਨ ਦੀ ਕੋਸ਼ਿਸ਼ ਜਿਹੜੀ ਉਹ ਨਹੀਂ ਕੀਤੀ। ਪੰਥਕ ਸਰਕਾਰ ਨੇ ਅਜਿਹੇ ਵਿਅਕਤੀ ਨੂੰ ਮੂਹਰੇ ਲਿਆ ਕੇ ਕਿਉਂ ਬਿਠਾਇਆ? ਹੁਣ ਕੀ ਹੋਇਆ ਪਿਛਲੇ ਦਿਨਾਂ ਦੇ ਵਿੱਚ? ਪ੍ਰਦੀਪ ਵਿਰਕ ਨੇ, ਵਕੀਲ ਨੇ, ਯੰਗ ਨੇ, ਉਹ ਕਾਫੀ ਵੱਡਾ ਰੋਲ ਹੈ ਜੀ ਇਸ ਮਾਮਲੇ ਦੇ ਵਿੱਚ। ਉਹ ਵੀ ਪੰਜਾਬ ਪੁਲਿਸ ਦੇ ਇੱਕ ਸਾਬਕਾ ਮੁਖੀ ਦੇ ਬੇਟੇ ਨੇ। ਉਹਨਾਂ ਨੇ ਜਿਹੜਾ ਜੀ ਇਹ ਸਾਰੇ ਗਵਾਹ ਕੱਢੇ। 3 ਚਸ਼ਮਦੀਦ ਸਾਹਮਣੇ ਆ ਗਏ। ਇਹਦੇ ਵਿੱਚ ਇੱਕ ਪੰਜਾਬ ਹਰਿਆਣਾ ਹਾਈ ਕੋਰਟ ਦੇ ਮਹਿਲਾ ਵਕੀਲ ਵੀ ਸ਼ਾਮਲ ਨੇ, ਜਿਨ੍ਹਾਂ ਨੇ ਬੜੀ ਜੁਰਤ ਦੇ ਨਾਲ ਪਹਿਲਾਂ ਗਵਾਹੀ ਦੇ ਕੇ ਬਾਕੀਆਂ ਨੂੰ ਵੀ ਪ੍ਰੇਰਿਆ। ਫਿਰ ਹੌਲੀ ਹੌਲੀ ਜਿਹੜੇ 2 ਹੋਰ ਆਏ। 3 ਚਸ਼ਮਦੀਦ ਉਹ ਆ ਗਏ। ਜਿਹੜੇ 2 ਸਾਬਕਾ ਇੰਸਪੈਕਟਰ ਰੱਖੇ ਗਏ, ਜਿਹੜੇ ਇਹਦੇ ਚਹੇਤੇ ਸੁਮੇਧ ਸੈਣੀ ਦੇ ਇਸ ਮਾਮਲੇ 'ਚ ਜਿਹੜੇ ਰੱਖੇ ਗਏ, ਉਹ ਵੀ ਹੁਣ ਵਾਧਾ ਮਾਫ ਗਵਾਹ ਬਣ ਗਏ। ਉਹਨਾਂ ਨੇ ਇਹ ਕਿਹਾ ਕਿ ਸਾਡੀ ਜਾਨ ਛੱਡੋ, ਅਸੀਂ ਦੱਸਦੇ ਹਾਂ ਕੀ ਹੋਇਆ। ਉਹਨਾਂ ਨੇ ਦੱਸਿਆ ਕਿ ਬਲਵੰਤ ਸਿੰਘ ਮੁਲਤਾਨੀ
ਨੂੰ ਕਿਵੇਂ ਤਸ਼ੱਦਦ ਉਹਦੇ ਤੇ 3rd ਡਿਗਰੀ ਕੀਤਾ ਗਿਆ, ਕਿਵੇਂ ਉਹਦੀ 2 ਦਿਨ ਤੱਕ ਬਲੀਡਿੰਗ ਹੁੰਦੀ ਰਹੀ ਬੰਦੇ ਦੀ, ਉਹਨੂੰ ਕੋਈ ਡਾਕਟਰੀ ਸਹਾਇਤਾ ਨਹੀਂ ਦਿੱਤੀ ਗਈ। ਉਹ ਵਿਚਾਰੇ ਦੀ ਡੈਥ ਜਿਹੜੀ ਆ ਜੀ ਉਹ ਸੈਕਟਰ 17 ਦੇ ਥਾਣੇ 'ਚ ਹੋ ਜਾਂਦੀ ਆ। ਉਹਦੀ ਬੋਡੀ ਕਿੱਥੇ ਗਾਇਬ ਕਰ ਦਿੱਤੀ ਜਾਂਦੀ ਆ, ਅੱਜ ਤੱਕ ਪਤਾ ਨਹੀਂ ਲੱਗਿਆ। ਕਾਦੀਆਂ ਪੁਲਿਸ ਥਾਣੇ ਦੇ ਵਿੱਚ ਉਹ ਗੁਰਦਾਸਪੁਰ ਜਾ ਕੇ ਮਾਮਲਾ ਦਰਜ ਕਰਵਾ ਦਿੱਤਾ ਜਾਂਦਾ ਕਿ ਉਹਨੂੰ ਛਾਣਬੀਣ ਲਈ ਇੱਥੇ ਲੈ ਕੇ ਆਏ ਸੀ, ਪੁਲਿਸ ਨੂੰ ਚਕਮਾ ਦੇ ਕੇ ਭੱਜ ਗਿਆ, ਅੱਜ ਤੱਕ ਨਹੀਂ ਲੱਭਿਆ। ਇਹ ਗਵਾਹੀਆਂ ਜਿਹੜੀਆਂ ਹੋਈਆਂ ਨੇ 3 ਚਸ਼ਮਦੀਦ ਜਿਹੜੀਆਂ ਪਹਿਲਾਂ, ਜਿਹਦੇ ਵਿੱਚ ਮਹਿਲਾ ਔਰਤ ਸ਼ਾਮਲ ਹੈ, ਉਹਨੇ ਇਹ ਗੱਲ ਗਵਾਹੀ ਦਿੱਤੀ ਹੈ ਕਿ ਮਾਰ ਕੇ ਉਹਦੀ ਅੱਖ ਜਿਹੜੀ ਸੀ ਉਹ ਭੰਨ ਦਿੱਤੀ ਗਈ, ਅੱਖ ਚੋ ਗਈ। ਇੰਨੇ ਬੁਰੇ ਤਰੀਕੇ ਦੇ ਨਾਲ ਬਲਵੰਤ ਸਿੰਘ ਮੁਲਤਾਨੀ ਦਾ ਕਤਲ ਕੀਤਾ ਗਿਆ। ਇਹ ਜਿਹੜੀਆਂ ਅੱਜ ਦੀਆਂ ਗਵਾਹੀਆਂ ਨੇ ਇਹਦੇ ਉੱਤੇ ਨਿਗਾਹ ਜਿਹੜੀ ਦੀ ਉਹ ਲੱਗੀ ਰਹੂਗੀ। ਗਵਾਹੀਆਂ ਮੋਰ ਦੈਨ ਇਨਫ ਹੋ ਗਈਆਂ ਜੀ, ਕਿਉਂਕਿ ਇੰਨੇ ਆਈ ਵਿਟਨੈਸ ਜਿਹੜੇ ਬਹੁਤ ਘੱਟ ਕੀ ਹੁੰਦੇ ਆ, ਪਰ ਕਿਉਂਕਿ ਪਾਲਾ ਗਾਂ ਇੱਕ ਉਸ ਬੰਦੇ ਨਾਲ ਪਿਆ ਹੈ ਜੀ ਜਿਹੜਾ ਸ਼ਾਤਰ ਹੈ, ਜਿਹੜਾ ਕਾਨੂੰਨ ਦੀਆਂ ਚੋਰ ਮੋਰੀਆਂ ਜਾਣਦਾ। ਅੱਜ ਵਾਲੀਆਂ ਗਵਾਹੀਆਂ ਤੋਂ ਬਾਅਦ ਅਦਾਲਤ ਦਾ ਕੀ ਪ੍ਰਤੀਕਰਮ ਹੁੰਦਾ, 302 ਲੱਗਦੀ ਹੈ ਨਹੀਂ, ਕਿਵੇਂ ਮਾਮਲਾ ਜਾਂਦਾ ਜੀ, ਇਹ ਬਹੁਤ ਅਹਿਮ ਹੋਊਗਾ। ਜੇ ਇਸ ਮਾਮਲੇ ਦੇ ਵਿੱਚ ਕੁਝ ਨਾ ਹੋ ਸਕਿਆ ਤੇ ਫਿਰ ਕੁਝ ਨਹੀਂ ਹੋਊਗਾ, ਕਦੀ ਵੀ ਨਹੀਂ ਹੋਊਗਾ, ਇਹ ਗੱਲ ਬਿਲਕੁਲ ਜੀ। ਜਿਹੜੇ ਪੁਰਾਣੇ ਲੀਡਰ ਆ ਜੇ ਕੁਝ ਹੋਰ ਨਾ ਕਰਵਾ ਗਏ ਤਾਂ ਅੱਗੇ ਪੰਜਾਬ ਦੇ ਸਰਕਾਰੀ ਮੁਲਾਜ਼ਮ ਆ, ਉਹਨਾਂ ਨੂੰ ਪੈਨਸ਼ਨਾਂ ਨਹੀਂ ਮਿਲ ਰਹੀਆਂ, ਤਨਖਾਹਾਂ ਨਹੀਂ ਮਿਲ ਰਹੀਆਂ, ਉਹ ਹੜਤਾਲ ਤੇ ਜਾ ਰਹੇ। ਹੜਤਾਲ ਤੇ ਬੈਠੇ ਆ ਜੀ, ਕਈ ਦਿਨਾਂ ਤੋਂ ਹੜਤਾਲ ਦੇ ਉੱਤੇ ਬੈਠੇ ਆ। ਤੇ ਹੜਤਾਲ ਦੇ ਉੱਤੇ ਜਾਣ ਦਾ ਜਿਹੜਾ ਜੀ ਰੀਜ਼ਨ ਇਹ ਆ ਕਿ ਨਾ ਸਰਕਾਰ ਦੇ ਪੱਲੇ ਤਨਖਾਹਾਂ ਨੇ, ਨਾ ਸਰਕਾਰ ਦੇ ਪੱਲੇ ਪੈਨਸ਼ਨਾਂ ਦੇਣ ਜੋਗੇ ਜਿਹੜਾ ਜੀ ਉਹ ਪੈਸੇ ਨੇ। ਜਿਹੜੇ ਪੰਜਾਬ ਦੇ ਵਿੱਤ ਮੰਤਰੀ ਨੇ ਉਹ ਅਕਸਰ ਦੇਖਿਆ ਹੋਣਾ ਕਿ ਉਹ ਅਰਬੀ ਫਾਰਸੀ ਦੇ ਸ਼ੇਰ ਬਹੁਤ ਜਿਹੜੇ ਜੀ ਉਹ ਪੜ੍ਹਦੇ ਆ, ਫਿਰ ਉਹਦਾ ਤਰਜਮਾ ਕਰਕੇ ਵੀ ਦੱਸਦੇ ਆ, ਦੋਹਰਾ ਕੰਮ ਪੈ ਜਾਂਦਾ ਵੀ ਇਹਦਾ ਮਤਲਬ ਕੀ ਆ। ਜਿਹੜੇ ਹੜਤਾਲ ਦੇ ਉੱਤੇ ਬੈਠੇ ਮੁਲਾਜ਼ਮ ਨੇ, ਹਜ਼ਾਰਾਂ ਕਲੈਰੀਕਲ ਮੁਲਾਜ਼ਮ ਨੇ, ਸਰਕਾਰ ਦੀ ਨਿਗਾਹ ਤਾਂ ਇਹਨਾਂ ਦੇ ਉੱਤੇ ਪਈ ਆ। ਸੰਘਰਸ਼ ਤਿੱਖਾ ਹੁੰਦਾ ਵੇਖ ਕੇ ਸਰਕਾਰ ਨੇ ਸੱਦਾ ਭੇਜ ਕੇ ਅੱਜ ਇਹਨਾਂ ਨੂੰ ਗੱਲਬਾਤ ਦੇ ਵਾਸਤੇ ਸੱਦਿਆ। ਸੂਬੇ ਦੇ 70,000 ਕਲੈਰੀਕਲ ਮੁਲਾਜ਼ਮਾਂ ਨੇ 19 ਤੇ 21 ਅਗਸਤ ਤੱਕ ਜਿਹੜੀ ਦੀ ਉਹ ਸਮੂਹਕ ਛੁੱਟੀ ਲਈ ਹੋਈ ਹੈ। ਸਾਰੇ ਕੰਮਕਾਰ ਬੰਦ ਹੋ ਗਏ। ਇਹਨਾਂ ਛੁੱਟੀਆਂ ਦੇ ਵਿੱਚ ਉਹਨਾਂ ਦੇ ਵੱਲੋਂ ਧਰਨੇ ਦਿੱਤੇ ਜਾ ਰਹੇ ਆ, ਜਿਹਦੇ ਕਰਕੇ ਦਫ਼ਤਰਾਂ ਦੇ ਵਿੱਚ ਕੰਮ ਕਰਾਉਣ ਵਾਲੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ। ਇਹ ਕਹਿੰਦੇ ਸਾਡੀਆਂ ਤਨਖਾਹਾਂ ਜਿਹੜੀਆਂ ਦੀ ਉਹ ਦਿਓ। ਪੈਨਸ਼ਨਰ ਜਿਹੜੇ ਨੇ ਜੀ ਉਹ ਵਿਚਾਰੇ ਅਜੇ ਚੁੱਪ ਬੈਠੇ ਆ ਵੀ ਚਲੋ ਕੋਈ ਨਹੀਂ, ਵੇਖਦੇ ਆ, ਫੋਨ ਚੈੱਕ ਕਰਦੇ ਵਾਰ-ਵਾਰ ਵੀ ਅਕਾਊਂਟ ਦੇ ਵਿੱਚ ਕੁਝ ਆਇਆ ਕਿ ਨਹੀਂ। ਜਿਹੜੇ ਇਹ ਮੁਲਾਜ਼ਮ ਬੈਠੇ ਨੇ ਉਹਨਾਂ ਦੇ ਨਾਲ ਧਰਨੇ ਦੇ ਉੱਤੇ ਹੁਣ ਵਿਰੋਧੀ ਧਿਰਾਂ ਵਾਲੇ ਵੀ ਜਿਹੜੇ ਜੀ ਉਹ ਬੈਠਣੇ ਸ਼ੁਰੂ ਹੋਏ ਨੇ। ਕੱਲ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਹੋਰੀ ਵੀ ਇਹਨਾਂ ਦੇ ਨਾਲ ਧਰਨੇ ਦੇ ਵਿੱਚ ਜਿਹੜਾ ਜੀ ਉਹ ਆ ਕੇ ਬੈਠੇ। ਪ੍ਰੇਮ ਸਿੰਘ ਚੰਦੂਮਾਜਰਾ ਹੋਰੀ ਜਿਹੜਾ ਜੀ ਇਹਨਾਂ ਦੇ ਨਾਲ ਆ ਕੇ ਧਰਨੇ ਦੇ ਉੱਤੇ ਬੈਠੇ। ਬਸਪਾ ਦੇ ਆਗੂ ਜਿਹੜੇ ਸੀ ਉਹ ਆ ਕੇ ਇੱਥੇ ਧਰਨੇ ਦੇ ਉੱਤੇ ਇਹਨਾਂ ਦੇ ਨਾਲ ਬੈਠੇ। ਉਧਰ ਪੰਜਾਬ ਦੇ ਖਜ਼ਾਨਾ ਮੰਤਰੀ ਜਿਹੜੇ ਆ ਜੀ ਉਹ ਹੜਤਾਲ ਤੇ ਬੈਠੇ ਮੁਲਾਜ਼ਮਾਂ ਨੂੰ ਇਹ ਕਹਿੰਦੇ ਆ ਕਿ ਪੰਜਾਬ ਦੇ ਭਲੇ ਲਈ COVID-19 ਨਾਲ ਲੜ ਰਹੇ ਸੂਬੇ ਦੇ ਹਿੱਤਾਂ ਦੇ ਵਿੱਚ ਤੁਰੰਤ ਹੜਤਾਲ ਵਾਪਸ ਲੈ ਲਈ ਜਾਵੇ। ਉਹ ਕਹਿੰਦੇ ਕਿ ਤਾਲਾਬੰਦੀ ਕਰਕੇ ਤੇਲੰਗਾਨਾ, ਮਹਾਰਾਸ਼ਟਰ, ਰਾਜਸਥਾਨ ਵਰਗੇ ਰਾਜਾਂ ਨੇ ਆਪਣੇ ਖਰਚਿਆਂ ਨੂੰ ਘਟਾਉਣ ਲਈ ਆਪਣੇ ਕਰਮਚਾਰੀ ਜੀ ਤੋਂ ਇਲਾਵਾ ਸਬਸਿਡੀ, ਕਰਜ਼ੇ ਦੀਆਂ ਕਿਸ਼ਤਾਂ, ਬੁਢਾਪਾ ਪੈਨਸ਼ਨ, ਜਿਹੜੀ ਸਮਾਜਿਕ ਸੁਰੱਖਿਆ ਪੈਨਸ਼ਨ, ਇਹਦੇ ਵਿੱਚ ਵੀ ਕੋਈ ਦੇਰੀ ਨਹੀਂ ਕੀਤੀ। ਉਹ ਕਹਿੰਦੇ ਕਿ ਸੂਬੇ ਦੀ ਆਮਦਨੀ ਦੇ ਉੱਤੇ ਤਾਲਾਬੰਦੀ ਦਾ ਬਹੁਤ ਮਾੜਾ ਪ੍ਰਭਾਵ ਹੈ। ਸ਼ੁਰੂਆਤ ਦੇ ਵਿੱਚ ਕੁੱਲ ਮਾਲੀਏ ਦੇ ਉੱਤੇ 25% ਘਾਟੇ ਦਾ ਅਨੁਮਾਨ ਸੀ, ਜਿਹੜਾ ਕਿ 2021 ਦੇ ਵਿੱਚ 26,400 ਕਰੋੜ ਰੁਪਈਏ ਜਿਹੜਾ ਜੀ ਉਹ ਹੋ ਸਕਦਾ, ਜਿਹਦੇ ਕਰਕੇ ਕਹਿੰਦੇ ਹੜਤਾਲ ਜਿਹੜੀ ਜੀ ਉਹ ਵਾਪਸ ਲੈ ਲਓ। ਹੁਣ ਸਵਾਲ ਇਹ ਆ ਕਿ ਹੜਤਾਲ ਵਾਪਸ ਲੈ ਲੈਣਗੇ ਇਹ ਤਾਂ ਉਹਨਾਂ ਦੀ ਇਸ ਗੱਲ ਦੀ ਕੀ ਗਰੰਟੀ ਆ ਕਿ ਉਹਨਾਂ ਨੂੰ ਤਨਖਾਹਾਂ ਜਿਹੜੀਆਂ ਜੀ ਉਹ ਮਿਲ ਜਾਣਗੀਆਂ, ਜਾਂ ਪੈਨਸ਼ਨਰ ਜਿਹੜੇ ਨੇ ਉਹਨਾਂ ਨੂੰ ਪੈਨਸ਼ਨਾਂ ਮਿਲ ਜਾਣਗੀਆਂ। ਤੇ ਮਿਲਣਗੀਆਂ ਤਾਂ ਕਿੱਥੋਂ ਮਿਲਣਗੀਆਂ, ਇਹ ਬਹੁਤ ਵੱਡਾ ਜਿਹੜਾ ਜੀ। ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ, ਯੂਪੀ ਦੇ ਵਿੱਚ ਬਦਮਾਸ਼ਾਂ ਨੇ ਸਣੇ ਸਵਾਰੀਆਂ ਬੱਸ ਅਗਵਾ ਕੀਤੀ। ਉੱਥੋਂ ਦੀ ਇਹ ਚਾਹੇ ਜੋ ਮਰਜ਼ੀ ਕਹੀ ਜਾਵੇ ਜੀ ਉੱਥੋਂ ਦੀ ਸਰਕਾਰ, ਪਰ ਉੱਥੇ ਵਾਗਾ ਜਿਹੜੀਆਂ ਜੀ ਉਹ ਖੁੱਲੀਆਂ ਨੇ ਚਾਹੀਆਂ। ਆਗਰਾ ਡਿਸਟ੍ਰਿਕਟ ਦੇ ਵਿੱਚ 34 ਮੁਸਾਫਰਾਂ ਵਾਲੀ ਇੱਕ ਪ੍ਰਾਈਵੇਟ ਬੱਸ ਨੂੰ ਫਾਈਨੈਂਸ ਕੰਪਨੀ ਦੇ ਰਿਕਵਰੀ ਦੇ ਏਜੰਟ ਜਿਹੜੇ ਨੇ ਉਹ ਕਿਉਂਕਿ ਬਦਮਾਸ਼ਾਂ ਦਾ ਸਹਾਰਾ ਲੈਂਦੇ, ਉਹਨਾਂ ਨੇ ਜਿਹੜਾ ਸੀ ਉਹ ਅਗਵਾ ਕਰ ਲਿਆ। ਇਹ ਮਲਪੁਰਾ ਪੁਲਿਸ ਥਾਣੇ ਦੇ ਅਧੀਨ ਇਲਾਕੇ ਦੇ ਵਿੱਚ ਘਟਨਾ ਵਾਪਰੀ ਆ। ਬੱਸ ਹਰਿਆਣਾ ਦੇ ਗੁੜਗਾਉਂ ਤੋਂ ਮੱਧ ਪ੍ਰਦੇਸ਼ ਦੇ ਪੰਨਾ ਜਾ ਰਹੀ ਸੀ। ਇਹ ਦੱਸਿਆ ਗਿਆ ਕਿ ਡਰਾਈਵਰ, ਸਟਾਫ ਤੇ ਯਾਤਰੀ ਜਿਹੜੇ ਉਹ ਸੁਰੱਖਿਅਤ ਆ। ਬੱਸ ਕਿੱਥੇ ਆ ਇਹਦੇ ਬਾਰੇ ਕੁਝ ਨਹੀਂ ਪਤਾ ਲੱਗ ਰਿਹਾ। ਇਹ ਕਿਹਾ ਜਾ ਰਿਹਾ ਕਿ ਕੰਪਨੀ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਬੱਸ ਜ਼ਬਤ ਕੀਤੀ ਹੈ। ਅਧਿਕਾਰੀ ਇਹ ਕਹਿੰਦੇ ਆ ਕਿ ਬੱਸ ਦੇ ਮਾਲਕ ਦੀ ਮੰਗਲਵਾਰ ਨੂੰ ਮੌਤ ਹੋ ਗਈ ਸੀ। ਉਹਦਾ ਪੁੱਤ ਜਿਹੜਾ ਪਿਤਾ ਦੀਆਂ ਆਖਰੀ ਰਸਮਾਂ ਕਰ ਰਿਹਾ। ਆਗਰਾ ਦੇ SSP ਨੇ ਦੱਸਿਆ ਕਿ ਬੱਸ ਦੇ ਵਿੱਚੋਂ ਉਤਰੇ ਜਿਹੜੇ ਕੁਝ ਲੋਕ ਨੇ ਉਹਨਾਂ ਨੇ ਦੱਸਿਆ ਕਿ ਫਾਈਨੈਂਸ ਕੰਪਨੀ ਦੇ ਨੁਮਾਇੰਦੇ ਬੱਸ ਦੇ ਵਿੱਚ ਸਵਾਰ ਹੋ ਗਏ।
ਇਹ ਕਿਹਾ ਗਿਆ ਕਿ ਫਾਈਨੈਂਸ ਕੰਪਨੀ ਨੇ ਬੱਸ ਖਰੀਦਣ ਲਈ ਪੈਸੇ ਦਿੱਤੇ, ਕੰਪਨੀ ਦੇ ਲੋਕ ਬੱਸ ਨੂੰ ਅਗਵਾ ਕਰਕੇ ਲੈ ਗਏ ਔਰ ਪੁਲਿਸ ਨੇ ਮਗਰੋਂ ਬੱਸ ਲੱਭਣ ਲਈ ਟੀਮਾਂ ਦਾ ਗਠਨ ਕੀਤਾ। ਬੱਸ ਨੂੰ ਗਵਾਲੀਅਰ ਦਾ ਇੱਕ ਪ੍ਰਾਈਵੇਟ ਆਪਰੇਟਰ ਚਲਾ ਰਿਹਾ ਸੀਗਾ। ਇਹ ਮੰਗਲਵਾਰ ਰਾਤ ਜਿਹੜਾ ਸੀਗਾ ਟੋਲ ਪਲਾਜ਼ੇ ਦੇ ਕੋਲੇ ਜਿਹੜੇ 2 ਗੱਡੀਆਂ ਦੇ ਵਿੱਚ ਸਵਾਰ ਜਿਹੜੇ ਲੋਕ ਸੀ ਉਹਨਾਂ ਨੇ ਇਹਦਾ ਬੱਸ ਦਾ ਪਿੱਛਾ ਕੀਤਾ। ਮਲਪੁਰਾ ਇਲਾਕੇ ਦੇ ਕੋਲ ਜਾ ਕੇ ਇਹਨੂੰ ਘੇਰ ਲਿਆ। ਡਰਾਈਵਰ ਤੇ ਕੰਡਕਟਰ ਨੂੰ ਲਾਤਾ, ਸਵਾਰੀਆਂ ਨੂੰ ਰੌਲਾ ਨਾ ਪਾਉਣ ਲਈ ਕਿਹਾ। ਉਦੋਂ ਬਾਅਦ ਇਹ 4 ਜਣੇ ਜਿਹੜੇ ਸੀ ਉਹ ਬੱਸ ਨੂੰ ਦਿੱਲੀ ਕਾਨਪੁਰ ਹਾਈਵੇ ਦੇ ਉੱਤੇ ਲੈ ਗਏ। ਡਰਾਈਵਰ ਕੰਡਕਟਰ ਨੇ ਪੁਲਿਸ ਨੂੰ ਇਹਦੇ ਬਾਰੇ ਜਿਹੜੀ ਦੀ ਉਹ ਜਾਣਕਾਰੀ ਦਿੱਤੀ। ਜਿਹੜੇ ਇਹ ਕਿਹਾ ਜਾ ਰਿਹਾ ਕਿ ਫਿਲਮੀ ਅੰਦਾਜ਼ ਦੇ ਵਿੱਚ ਇਸ ਬੱਸ ਨੂੰ ਅਗਵਾ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਉਹ ਕੀਤਾ ਗਿਆ। ਸਵਾਰੀਆਂ ਸੁਰੱਖਿਅਤ ਨੇ, ਪਰ ਸਵਾਲ ਜਿਹੜਾ ਵੱਡਾ ਇਹੀ ਆ ਕਿ ਇੱਕ ਦਿਨ ਕਿਸ਼ਤਾਂ ਨਹੀਂ ਦਿੱਤੀਆਂ ਤੇ ਸਣੇ ਸਵਾਰੀਆਂ ਦੀ ਜਾਨ ਜਿਹੜੀ ਉਹ ਜੋਖਮ ਦੇ ਵਿੱਚ ਇਹਨਾਂ ਬਦਮਾਸ਼ਾਂ ਨੇ ਕਿਵੇਂ ਉਹ ਪਾਤੀ। ਕਾਨੂੰਨ ਮਤਲਬ ਕਿ ਇਹ ਲੋਕ ਕਿਵੇਂ ਆਪਣੇ ਹੱਥ ਦੇ ਵਿੱਚ ਲੈਂਦੇ ਆ, ਇਹ ਸਭ ਦੇ ਜਿਹੜਾ ਦੀ ਉਹ ਸਾਹਮਣੇ ਆ। ਹੁਣ ਜਿਹੜੇ ਉੱਥੇ ਜਿਸ ਕਿਸਮ ਦੇ ਨਾਲ ਇਹ ਕਿਹਾ ਜਾ ਰਿਹਾ ਕਿ ਗੈਂਗਸਟਰਾਂ ਨੂੰ ਗੋਲੀਆਂ ਦੇ ਨਾਲ ਹੀ ਮਾਰਿਆ ਜਾ ਰਿਹਾ, ਇਹ ਵੀ ਤਾਂ ਇੱਕ ਤਰੀਕੇ ਦੇ ਗੈਂਗਸਟਰ ਨੇ ਨਾ, ਜਿਨ੍ਹਾਂ ਨੇ ਇੰਨੀਆਂ ਸਵਾਰੀਆਂ ਨੂੰ 34 ਜਾਣਿਆਂ ਨੂੰ ਜਿਹੜਾ ਦੀ ਉਹ ਅਗਵਾ ਕਰ ਲਿਆ ਤੇ ਪੁਲਿਸ ਟੀਮਾਂ ਬਣਾ ਕੇ ਅਜੇ ਵੀ ਬੱਸ ਜਿਹੜੀ ਦੀ ਉਹ ਲੱਭੀ ਜਾਂਦੀ ਹੈ। ਜਿਹੜੀ ਕਹਿੰਦੀ ਸੀ ਕਿ ਅਸੀਂ ਕਿਤੇ ਵੀ ਲੁਕਿਆ ਹੋਵੇ ਜਿਹੜਾ ਕੋਈ ਗੈਂਗਸਟਰ ਉਹਨੂੰ ਲੱਭ ਲੈਂਦੇ ਆ, ਪਰ ਏਡੀ ਵੱਡੀ ਬੱਸ ਨਹੀਂ ਲੱਭ ਰਹੀ। ਬਿਲਕੁਲ ਜੀ, ਪਤਾ ਹੀ ਹੈ ਨਾ ਰਾਜ ਕੇ ਦਾ ਉੱਥੇ। ਬਹੁਤ ਧੰਨਵਾਦ ਹੈ ਬਲਤੇਜਪਨ ਜੀ। ਮਿਹਰਬਾਨੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤਨ ਨੂੰ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਦਲਵਿੰਦਰ ਕੌਰ ਵੱਲੋਂ ਆਪ ਸਤਿ ਸ਼੍ਰੀ ਅਕਾਲ।